पर हकीकत विच सारिਆਂ ਨੂੰ पता भी रामचंद्र बाली धैर आ जिहड़ी ਉਹਨੇ ਰਮਾਇਣ लिखी आ, इस करके ਉਹਨੇ रामचंद्र ਨੂੰ नायक बनाता ते रावण जिहड़ा है जिहड़ा आपदी धरती लई आपदे लोकां लई आपदे हितां लई लड़िया ਉਹ ਜਿਹੜਾ है खलनायक बना दिता। रावण ਨੂੰ बदी ਦਾ प्रतीक बनाया गया, पर हकीकत ਵਿੱਚ ਆਪਾਂ ਨੂੰ ਸਾਰਿਆਂ ਨੂੰ ਹੀ पता, ਜਿਹਨੂੰ नहीं पता ਉਹਨੂੰ आपदे आप उत्ते शर्म आनी चाहिए आ कि किवें बामणा दे मगर लग के हुण तक झूठ बोली जाता है कि सिखां ने आपदे नायक आपदे नज़रिए तो देखने आ, जिहड़े होर उन्हां दे देवी देवते आ जां उन्हां दे सत्कारत पात्र ने ਉਹ हीरो रहने आ, नायक रहने आ, क्योंकि ਉਹ आपदे नज़रिए तो चाहे उन्हां च कोई अवगुण भी होवे घाट भी होवे ਉਹ उस घाट जां कमजोरी नूं भी गुण बना के पेश कर देणगे। तो जिन्ने पुरातन ग्रंथ लिखे गए ने ਉਹ ਲਿਖਣ ਵਾਲਿਆਂ ਦੀ ਮਰਜ਼ੀ ਦੇ ਹਿਸਾਬ ਨਾਲ ਨਾਇਕ ਜਾਂ ਖਲਨਾਇਕ ਉਹਦੇ ਚ ਲਿਖੇ ਜਾਂਦੇ ਨੇ। ਬੇਅੰਤ ਇਹੋ ਜਿਹੀਆਂ ਲਿਖਤਾਂ ਇਹੋ ਜਿਹੀਆਂ ਕਿਤਾਬਾਂ ਮੌਜੂਦ ਨੇ। ਅਦਾਲਤਾਂ ਦੇ ਵਿੱਚ ਕੇਸ ਚੱਲੇ ਨੇ ਤੇ ਅਦਾਲਤਾਂ ਦੇ ਵਿੱਚ ਅਗਲੇ ਜੇਤੂ ਵੀ ਰਹੇ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਅਸਲ ਵਿੱਚ ਇਹ ਆਰੀਅਨ ਨਸਲ ਅਤੇ ਭਾਰਤ ਦੇ ਮੂਲ ਵਾਸੀ ਲੋਕਾਂ ਦੇ ਸੰਘਰਸ਼ ਦੀ ਕਹਾਣੀ ਹੈ। ਹੁਣ ਗੱਲ ਇਹ ਆਉਂਦੀ ਆ ਕਿ ਜਦੋਂ ਇਹ ਗੱਲ ਹਿੰਦੂਆਂ ਨੇ ਆਪਦੇ ਨਜ਼ਰੀਏ ਤੋਂ ਦੇਖਣਾ ਵਾ कि असीं जी किहनूं नायक लिखना, तो सिखां नूं पता नहीं की बीमारी पई आ, सिख पता नहीं काहतों भिंडरां वाले संतां नूं हिंदू दे नज़रिए तो देखदे। हर मौके उत्ते सारी दी सारी कौम एकजुट ते एकमुठ हुंदी सी, सारी कौम नूं पता हुंदा सी दुश्मन कौन आ ते इहदे नाल किवें नजिठना। पर हुण सानूं भंबल भूसा जिहा पा दित्ता जांदा। क्यों 84 उत्ते प्रोग्राम खबर दी खबर देख रहे सारे दर्शकां नूं मैं सरजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। अज ਭਾਰਤ ਵਿੱਚ ਦੁਸਹਿਰਾ ਵਾ। ਦੁਸਹਿਰੇ ਵਾਲੇ ਦਿਨ ਜਿਹੜੀ ਰਮਾਇਣ ਦੀ ਕਥਾ ਉਹਦੇ ਅਨੁਸਾਰ ਨੇਕੀ ਉੱਤੇ ਨੇਕੀ ਦੀ ਜਿੱਤ ਹੋਈ ਸੀ ਬਦੀ ਦੇ ਉੱਤੇ। ਹੁਣ ਇਹਨਾਂ ਦਾ ਮਤਲਬ ਹੈਗਾ ਵੀ ਜਿਹੜਾ ਰਾਵਣ ਸੀਗਾ ਉਹ ਬਦੀ ਦਾ ਪ੍ਰਤੀਕ ਆ ਤੇ ਰਾਮਚੰਦਰ ਜਿਹੜਾ ਹੈ ਉਹ ਨੇਕੀ ਦਾ ਪ੍ਰਤੀਕ ਆ। ਖੈਰ ਇਹ ਹੁਣ ਜਿਵੇਂ ਰਮਾਇਣ ਲਿਖੀ ਗਈ ਆ ਉਹਦੇ ਹਿਸਾਬ ਨਾਲ ਤਾਂ ਇਦਾਂ ਗੱਲ ਕਹੀ ਜਾ ਸਕਦੀ ਆ, पर हकीकत विच सारिਆਂ ਨੂੰ पता भी रामचंद्र बाली धैर आ जिहड़ी ਉਹਨੇ ਰਮਾਇਣ लिखी आ, इस करके ਉਹਨੇ रामचंद्र ਨੂੰ नायक बनाता ते रावण जिहड़ा है जिहड़ा आपदी धरती लई आपदे लोकां लई आपदे हितां लई लड़िया ਉਹ जिहड़ा है खलनायक बना दिता गया। सो बदी ਦਾ प्रतीक किहनूं बनाउणा ਇਹ ਕਿਸੇ ਲਿਖਤ ਨੂੰ ਲਿਖਣ ਵਾਲੇ ਦੇ ਹੱਥ 'ਚ ਹੁੰਦਾ ਤੇ ਇਵੇਂ ਹੀ ਨੇਕੀ ਦਾ ਪ੍ਰਤੀਕ ਕਿਹਨੂੰ ਬਣਾਉਣਾ ਇਹ ਵੀ ਉਸ ਲਿਖਾਰੀ ਦੇ ਹੱਥ 'ਚ ਹੁੰਦਾ। ਸੋ ਸਦੀਆਂ ਤੋਂ ਰਾਮਚੰਦਰ ਨੂੰ ਨੇਕੀ ਦਾ ਤੇ ਰਾਵਣ ਨੂੰ ਬਦੀ ਦਾ ਪ੍ਰਤੀਕ ਬਣਾਇਆ ਗਿਆ, ਪਰ ਹਕੀਕਤ ਵਿੱਚ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ, ਜਿਹਨੂੰ ਨਹੀਂ ਪਤਾ ਉਹਨੂੰ ਆਪਦੇ ਆਪ ਉੱਤੇ ਸ਼ਰਮ ਆਉਣੀ ਚਾਹੀਦੀ ਆ ਕਿ ਕਿਵੇਂ ਬਾਹਮਣਾ ਦੇ ਮਗਰ ਲੱਗ ਕੇ ਹੁਣ ਤੱਕ ਝੂਠ ਬੋਲੀ ਜਾਂਦਾ ਹੈ ਕਿ ਹਕੀਕਤ ਵਿੱਚ ਭਾਰਤ ਵਿੱਚ ਆਰੀਅਨ ਨਸਲ ਜਦੋਂ ਬਾਹਰੋਂ ਆਈ ਆ ਉਹਨੇ ਇੱਥੋਂ ਭਾਰਤ ਦੇ ਜਿਹੜੇ ਅਸਲ ਮੂਲ ਵਾਸੀ ਲੋਕ ਸੀ ਉਹਨਾਂ ਨੂੰ ਦਰੜਿਆ, ਦੱਬਿਆ, ਕੁਚਲਿਆ, ਲਤਾੜਿਆ, ਅਖੀਰ ਉਹਨਾਂ ਨੂੰ ਸ਼ੂਦਰ ਤੇ ਦਾਸ ਬਣਾਇਆ। ਤੇ ਜਿਵੇਂ ਕਿ ਡਿਸਕਵਰੀ ਆਫ ਇੰਡੀਆ ਦੀ ਜਿਹੜੀ ਕਿਤਾਬ ਜਵਾਹਰ ਲਾਲ ਨਹਿਰੂ ਦੀ ਆ ਉਹਦੇ 'ਚ ਲਿਖਿਆ ਹੋਇਆ, ਪੰਡਤ ਜਵਾਹਰ ਲਾਲ ਨਹਿਰੂ ਨੇ ਲਿਖਿਆ, ਔਰ ਇਹ ਗੱਲ ਮੇਰੀ ਜਾਂ ਮੇਰੇ ਵਰਗੇ ਕਿਸੇ ਸਿੱਖ ਦੀ ਨਹੀਂ, ਇਹ ਪੰਡਤ ਜਵਾਹਰ ਲਾਲ ਨਹਿਰੂ ਦੀ ਲਿਖੀ ਹੋਈ ਗੱਲ ਲਾਈਨ ਆ ਬਈ ਰਮਾਇਣ ਜਿਹੜੀ ਆ ਉਹ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ ਕਹਾਣੀ ਆ। ਇਹ ਡਿਸਕਵਰੀ ਆਫ ਇੰਡੀਆ 'ਚ ਲਿਖਿਆ ਹੋਇਆ। ਇਸ ਵੇਲੇ ਘੱਟੋ ਘੱਟ 5000 ਇਹੋ ਜਿਹੀਆਂ ਕਿਤਾਬਾਂ, ਰਿਸਰਚ ਪੇਪਰ ਤੇ ਹੋਰ ਬਹੁਤ ਸਾਰਾ ਜਿਹੜਾ ਸਾਹਿਤ ਆ ਉਹ ਉਪਲਬਧ ਆ ਜਿਹਦੇ ਵਿੱਚ ਇਹ ਗੱਲਾਂ ਦਰਜ ਨੇ ਕਿ ਰਮਾਇਣ ਦੀ ਕਹਾਣੀ ਅਸਲ ਵਿੱਚ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ, ਦਰਾਵੜ ਲੋਕਾਂ ਨੂੰ ਜਿੱਤਣ ਦੀ ਕਹਾਣੀ ਆ। ਉਹ ਸਾਰੀ ਕਹਾਣੀ ਦੇ ਵਿੱਚ ਕੁਛ ਮਸਾਲੇ ਹੋਰ ਰਲਾ ਕੇ ਪਹਿਲੋਂ ਰਮਾਇਣ ਜਿਹੜੀ ਆ ਵਾਲਮੀਕ ਨੇ ਲਿਖੀ। ਵਾਲਮੀਕ ਵਾਲੀ ਰਮਾਇਣ ਜਿਹੜੀ ਆ ਉਹਦੇ ਤੋਂ ਬਾਅਦ ਵਿੱਚ ਜਦੋਂ ਬਾਦਸ਼ਾਹ ਅਕਬਰ ਦਾ ਵਕਤ ਸੀਗਾ ਉਦੋਂ ਤੁਲਸੀਦਾਸ ਨੇ ਇੱਕ ਰਮਾਇਣ ਹੋਰ ਲਿਖੀ ਜਿਹਨੂੰ ਰਾਮਚਰਿਤ ਮਾਨਸ ਕਿਹਾ ਜਾਂਦਾ। ਜਿਹੜੀ ਤੁਲਸੀਦਾਸ ਵਾਲੀ ਰਮਾਇਣ ਆ ਉਹ ਕਿਉਂਕਿ ਬਾਅਦ ਵਿੱਚ ਲਿਖੀ ਗਈ ਆ ਤੇ ਵਾਲਮੀਕ ਵਾਲੀ ਪਹਿਲੋਂ ਲਿਖੀ ਗਈ ਆ, ਇਸ ਗੱਲ ਨੂੰ ਆਧਾਰ ਬਣਾ ਕੇ ਕਈ ਬੰਦੇ ਇਹ ਵੀ ਕਹਿ ਦਿੰਦੇ ਨੇ ਵੀ ਵਾਲਮੀਕ ਨੇ ਤਾਂ ਰਮਾਇਣ ਪਹਿਲੋਂ ਹੀ ਲਿਖਤੀ ਸੀ। ਜਿਵੇਂ ਵਾਲਮੀਕ ਜੀ ਨੇ ਰਮਾਇਣ ਰਾਮਚੰਦਰ ਅਤੇ ਰਾਵਣ ਹੋਣਾ ਦੇ ਹੋਣ ਤੋਂ ਪਹਿਲਾਂ ਲਿਖਤੀ ਹੋਵੇ, ਇਉਂ ਅਭਿਆਸ ਇਹੋ ਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਹਕੀਕਤ ਵਿੱਚ ਜਿਹੜੀ ਗੱਲ ਹੈ
ਉਹ ਇਹ ਆ ਕਿ ਕਹਿਣ ਦਾ ਭਾਵ ਇਹ ਹੁੰਦਾ ਕਿ ਵਾਲਮੀਕ ਜੀ ਨੇ ਤੁਲਸੀਦਾਸ ਵਾਲੀ ਰਮਾਇਣ ਤੋਂ ਪਹਿਲਾਂ ਲਿਖ ਦਿੱਤੀ ਸੀ। ਤੁਲਸੀਦਾਸ ਨੇ ਅਕਬਰ ਬਾਦਸ਼ਾਹ ਦੇ ਵੇਲੇ ਜਿਹੜੀ ਆ ਰਮਾਇਣ ਉਹ ਲਿਖੀ ਆ, ਰਾਮਚਰਿਤ ਮਾਨਸ। ਤੇ ਇਹਦੇ ਬਾਰੇ, ਰਾਮਚਰਿਤ ਮਾਨਸ ਬਾਰੇ ਕਿਤਾਬਾਂ ਜਿਹੜੀਆਂ ਨੇ ਉਹ ਇੱਥੇ ਪਈਆਂ ਆਪਣੇ ਕੋਲ, ਜਿਹਦੇ ਵਿੱਚ ਕਿਤਾਬ ਦਾ ਨਾਮ ਆ ਮਿਸ ਗਾਈਡਰ ਆਫ ਹਿੰਦੂ ਸੁਸਾਇਟੀ ਤੁਲਸੀਦਾਸ, ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ। ਮਤਲਬ ਹਿੰਦੂਆਂ ਨੂੰ ਕਰਾਹੇ ਪਾਉਣ ਵਾਲਾ ਤੁਲਸੀਦਾਸ, ਵੀ ਜਿਹਨੇ ਰਮਾਇਣ ਜਿਹੜੀ ਹੈ ਨਵੇਂ ਸਿਰੋਂ ਲਿਖ ਕੇ ਸਾਰਾ ਘਟਨਾਕ੍ਰਮ ਜਿਹੜਾ ਹੈਗਾ ਉਹਦੇ ਮਨਮਰਜ਼ੀ ਦੇ ਅਰਥ ਜਿਹੜੇ ਆ ਉਹ ਕਰ ਦਿੱਤੇ। ਖੈਰ, ਹਿੰਦੂਆਂ ਨੇ ਕਿਹਨੂੰ ਨਾਇਕ ਲਿਖਾਉਣਾ, ਕਿਹਨੂੰ ਖਲਨਾਇਕ ਲਿਖਾਉਣਾ, ਇਹ ਉਹਨਾਂ ਦੀ ਮੌਜ ਆ। ਪਰ ਸਿੱਖਾਂ ਨੂੰ ਅਕਲ ਲੈਣੀ ਚਾਹੀਦੀ ਆ ਕਿ ਸਿੱਖਾਂ ਨੇ ਆਪਦੇ ਨਾਇਕ ਆਪਦੇ ਨਜ਼ਰੀਏ ਤੋਂ ਦੇਖਣੇ ਆ। ਹਿੰਦੂ ਕਦੇ ਵੀ, ਆਰੀਅਨ ਨਸਲ ਕਦੇ ਵੀ ਰਾਵਣ ਨੂੰ ਨਾਇਕ ਨਹੀਂ ਮੰਨ ਸਕਦੀ, ਕਿਉਂਕਿ ਉਹਨਾਂ ਲਈ ਰਾਮਚੰਦਰ ਹੀ ਨਾਇਕ ਰਹਿਣਾ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਰਾਮਚੰਦਰ, ਕ੍ਰਿਸ਼ਨ ਜਾਂ ਵਿਸ਼ਨੂੰ ਜਾਂ ਬ੍ਰਹਮਾ ਜਾਂ ਜਿਹੜੇ ਆਰੀਅਨ ਨਸਲ ਦੇ ਹੋਰ ਬੰਦੇ ਆ, ਜਿਹੜੇ ਹੋਰ ਉਹਨਾਂ ਦੇ ਦੇਵੀ ਦੇਵਤੇ ਆ ਜਾਂ ਉਹਨਾਂ ਦੇ ਸਤਿਕਾਰਤ ਪਾਤਰ ਨੇ, ਉਹ ਹੀਰੋ ਰਹਿਣੇ ਆ, ਨਾਇਕ ਰਹਿਣੇ ਆ, ਕਿਉਂਕਿ ਉਹ ਆਪਦੇ ਨਜ਼ਰੀਏ ਤੋਂ, ਚਾਹੇ ਉਹਨਾਂ 'ਚ ਕੋਈ ਔਗਣ ਵੀ ਹੋਵੇ, ਘਾਟ ਵੀ ਹੋਵੇ, ਉਹ ਉਸ ਘਾਟ ਜਾਂ ਕਮਜ਼ੋਰੀ ਨੂੰ ਵੀ ਗੁਣ ਬਣਾ ਕੇ ਪੇਸ਼ ਕਰ ਦੇਣਗੇ। ਤੇ ਜਿਹੜਾ ਹੈਗਾ ਦਰਾਵਰ ਨਸਲ ਦਾ ਜਾਂ ਭਾਰਤ ਦਾ ਅਸਲ ਵਾਸੀ ਆ, ਜਿਹੜਾ ਬ੍ਰਾਹਮਣਵਾਦ ਦਾ, ਹਿੰਦੂਇਜ਼ਮ ਦਾ, ਆਰੀਅਨ ਨਸਲ ਦਾ ਵਿਰੋਧੀ ਆ, ਉਹ ਉਹਨਾਂ ਲਈ ਖਲਨਾਇਕ ਆ। ਉਹਨਾਂ ਨੇ ਗੁਣ ਵੀ ਆ ਜਿਹੜੇ ਉਹ ਔਗਣ ਬਣਾ ਕੇ ਪੇਸ਼ ਕਰਨੇ ਆ। ਸੋ ਜਿੰਨੇ ਪੁਰਾਤਨ ਗ੍ਰੰਥ ਲਿਖੇ ਗਏ ਨੇ ਉਹ ਲਿਖਣ ਵਾਲਿਆਂ ਦੀ ਮਰਜ਼ੀ ਦੇ ਹਿਸਾਬ ਨਾਲ ਨਾਇਕ ਜਾਂ ਖਲਨਾਇਕ ਉਹਦੇ 'ਚ ਲਿਖੇ ਜਾਂਦੇ ਨੇ। ਬਾਕੀ ਜੇ ਕਿਸੇ ਦਾ ਬਾਹਲਾ ਜ਼ਿਆਦਾ ਦਿਮਾਗ ਚੱਕਿਆ ਹੋਇਆ ਹੋਵੇ, ਬਾਹਲੀ ਵਿਦਵਤਾ ਚੜੀ ਹੋਵੇ, ਉਹਦੀ ਮੌਜ ਆ। ਪਰ ਇਸ ਵੇਲੇ ਭਾਰਤ ਦੇ ਵਿੱਚ ਬੇਅੰਤ ਇਹੋ ਜਿਹੀਆਂ ਲਿਖਤਾਂ, ਇਹੋ ਜਿਹੀਆਂ ਕਿਤਾਬਾਂ ਮੌਜੂਦ ਨੇ। ਅਦਾਲਤਾਂ ਦੇ ਵਿੱਚ ਕੇਸ ਚੱਲੇ ਨੇ ਤੇ ਅਦਾਲਤਾਂ ਦੇ ਵਿੱਚ ਅਗਲੇ ਜੇਤੂ ਵੀ ਰਹੇ ਨੇ, ਜਿਨ੍ਹਾਂ ਨੇ ਇਹ ਦੱਸਿਆ ਕਿ ਅਸਲ ਵਿੱਚ ਇਹ ਆਰੀਅਨ ਨਸਲ ਅਤੇ ਭਾਰਤ ਦੇ ਮੂਲ ਵਾਸੀ ਲੋਕਾਂ ਦੇ ਸੰਘਰਸ਼ ਦੀ ਕਹਾਣੀ ਹੈ। ਸਾਰੇ ਗ੍ਰੰਥ ਜਿਹੜੇ ਨੇ ਹਿੰਦੂਆਂ ਦੇ ਉਹ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨਾਲ ਹੀ ਲਿਖੇ ਲਿਖਾਏ ਗਏ ਨੇ, ਮਹਾਭਾਰਤ, ਰਮਾਇਣ ਜਾਂ ਹੋਰ ਵੇਦ ਵਗੈਰਾ ਜਿਹੜੇ ਹੈ। ਹੁਣ ਗੱਲ ਇਹ ਆਉਂਦੀ ਆ ਕਿ ਜਦੋਂ ਇਹ ਗੱਲ ਹਿੰਦੂਆਂ ਨੇ ਆਪਦੇ ਨਜ਼ਰੀਏ ਤੋਂ ਦੇਖਣਾ ਵਾ ਕਿ ਅਸੀਂ ਜੀ ਕਿਹਨੂੰ ਨਾਇਕ ਲਿਖਣਾ, ਤਾਂ ਸਿੱਖਾਂ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਆ। ਸਿੱਖ ਪਤਾ ਨਹੀਂ ਕਾਹਤੋਂ ਭਿੰਡਰਾਂ ਵਾਲੇ ਸੰਤਾਂ ਨੂੰ ਹਿੰਦੂ ਦੇ ਨਜ਼ਰੀਏ ਤੋਂ ਦੇਖਦੇ ਆ, ਜਾਂ ਸਿੱਖ ਜੁਝਾਰੂਆਂ ਨੂੰ ਜਾਂ ਸਿੱਖੀ ਲਈ ਲੜਨ ਮਰਨ ਵਾਲਿਆਂ ਨੂੰ, ਇੱਥੋਂ ਤੱਕ ਕਿ ਗੁਰੂ ਸਾਹਿਬਾਨ ਨੂੰ ਵੀ ਸਿੱਖ ਕਹਿੰਦੇ ਅਸੀਂ ਹਿੰਦੂ ਦੇ ਨਜ਼ਰੀਏ ਅਨੁਸਾਰ ਦੇਖੀਏ। ਇਹ ਸਿੱਖ ਜਿਹੜੇ ਨੇ ਇਹਨਾਂ ਦਾ ਹੀ ਪੁਆੜਾ ਪਾਇਆ ਹੋਇਆ ਹੈ। ਜਿਹੜੇ ਸਾਡੇ ਕੌਮ ਦੇ ਵਿੱਚ ਬਹੁਤ ਸਾਰੇ ਮਸਲੇ ਜਦੋਂ ਪੈਦਾ ਹੁੰਦੇ ਆ, ਇਹਨਾਂ ਕਰਕੇ ਜਿਹੜੀ ਰਾਏ ਆ ਉਹ ਇੱਕ ਰਾਏ ਨਹੀਂ ਬਣਦੀ। ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, 18ਵੀਂ ਸਦੀ ਦੇ ਜੰਗ ਜਾਂ 7-8 ਸਾਡੀਆਂ ਕਤਲੇਆਮਾਂ ਹੋਈਆਂ ਨੇ, ਹਰ ਮੌਕੇ ਉੱਤੇ ਸਾਰੀ ਦੀ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੁੰਦੀ ਸੀ। ਸਾਰੀ ਕੌਮ ਨੂੰ ਪਤਾ ਹੁੰਦਾ ਸੀ ਦੁਸ਼ਮਣ ਕੌਣ ਆ ਤੇ ਇਹਦੇ ਨਾਲ ਕਿਵੇਂ ਨਜਿੱਠਣਾ। ਪਰ ਹੁਣ ਸਾਨੂੰ ਭੰਬਲ ਭੂਸਾ ਜਿਹਾ ਪਾ ਦਿੱਤਾ ਜਾਂਦਾ। ਕਿਉਂ ਪੈਂਦਾ? ਕਿਉਂਕਿ ਸਾਡੀ ਕੌਮ ਦੇ ਵਿੱਚ ਜਿਹੜੀ ਰਾਏ ਆ ਉਹਦੇ ਵਿੱਚ ਇੱਕ ਇਹੋ ਜਿਹਾ ਵਰਗ ਪੈਦਾ ਹੋ ਗਿਆ ਜਿਹੜਾ ਹਿੰਦੂ ਦੇ ਨਜ਼ਰੀਏ ਤੋਂ ਚੀਜ਼ਾਂ ਨੂੰ ਦੇਖਦਾ। ਉਹ ਗੁਰੂ ਸਾਹਿਬਾਨ ਨੂੰ, ਗੁਰਬਾਣੀ ਨੂੰ, ਮਰਿਆਦਾ ਨੂੰ, ਹਰ ਚੀਜ਼ ਨੂੰ ਕਹਿੰਦਾ ਵੀ ਮੈਂ ਤਾਂ ਇੰਡੀਅਨ ਸਟੇਟ ਦੇ ਨਜ਼ਰੀਏ ਨਾਲ ਮਿਲ ਕੇ ਦੇਖਣਾ। ਤੇ ਜਿਹੜੇ ਸਿੱਖ ਪੰਥ ਦੀ ਭਾਵਨਾ ਦੀ ਤਰਜਮਾਨੀ ਕਰਦੇ ਆ, ਉਹਨਾਂ ਨੂੰ ਫਿਰ ਇਹ ਚੀਜ਼ ਜਿਹੜੀ ਆ ਵਾਰਾ ਨਹੀਂ ਖਾਂਦੀ, ਫਿਰ ਟਕਰਾਅ ਜਿਹੜਾ ਉਹ ਬਣ ਜਾਂਦਾ। ਹੁਣ ਸਾਨੂੰ ਕੀ ਲੋੜ ਆ ਕਿ ਅਸੀਂ ਹਰ ਚੀਜ਼ ਹਿੰਦੂ ਦੇ ਨਜ਼ਰੀਏ ਤੋਂ ਦੇਖੀਏ? ਸਾਨੂੰ ਚਾਹੀਦਾ ਕਿ ਅਸੀਂ ਗੁਰਬਾਣੀ ਬਾਰੇ, ਗੁਰੂ ਸਾਹਿਬਾਨ ਬਾਰੇ, ਸਿੱਖ ਚੀਜ਼ਾਂ ਬਾਰੇ, ਸਿੱਖ ਗੱਲਾਂ ਬਾਰੇ, ਸਿੱਖ ਏਜੰਡੇ ਬਾਰੇ, ਸਿੱਖ ਨਾਇਕਾਂ ਬਾਰੇ, ਸਿੱਖ ਫਲਸਫੇ ਬਾਰੇ ਸਿੱਖ ਨਜ਼ਰੀਏ ਤੋਂ ਦੇਖੀਏ ਚੀਜ਼ਾਂ ਨੂੰ, ਸਿੱਖ ਪਰਸਪੈਕਟਿਵ ਤੋਂ ਦੇਖੀਏ। ਸਾਨੂੰ ਕੋਈ ਮਤਲਬ ਨਹੀਂ, ਹਿੰਦੂ ਕਦੇ ਪਰਵਾਹ ਨਹੀਂ ਕਰਦਾ ਕਿ ਲੋਕ ਰਾਮਚੰਦਰ ਨੂੰ ਕਿਵੇਂ ਦੇਖਦੇ ਆ ਜਾਂ ਰਾਵਣ ਨੂੰ ਕਿਵੇਂ ਦੇਖਦੇ। ਹਿੰਦੂ ਨੂੰ ਕੋਈ ਮਤਲਬ ਨਹੀਂ ਕਿ ਬਾਕੀ ਦੁਨੀਆ ਕਿਸੇ ਗੱਲ ਨੂੰ ਕਿਵੇਂ ਦੇਖਦੀ ਆ। ਉਹ ਕਹਿੰਦੇ ਸਾਡੀ ਰਾਏ ਆ, ਇਹਨੂੰ ਜਿਹੜਾ ਨਹੀਂ ਮੰਨਦਾ ਉਹਦੀ ਐਸੀ ਤੈਸੀ, ਉਹਦੇ ਉਹ ਦੁਆਲੇ ਹੋ ਜਾਂਦੇ। ਤੇ ਇਸ ਚੀਜ਼ ਦੇ ਵਿੱਚ ਜਦੋਂ ਵੀ ਜਿੱਥੇ ਵੀ ਪ੍ਰੋਬਲਮ ਆਉਂਦੀ ਆ, ਹਿੰਦੂ ਆਪਦੀ ਇਕਜੁੱਟਤਾ ਰੱਖਦਾ, ਪਰ ਸਿੱਖ ਜਿਹੜਾ ਹੈ ਉਹਦੀ ਇਕਜੁੱਟਤਾ ਜਿਹੜੀ ਆ ਭੰਗ ਕਰ ਦਿੱਤੀ ਹੋਈ ਆ। ਤੇ ਇਸ ਕਰਕੇ ਹਮੇਸ਼ਾ ਹੀ ਪੁਆੜੇ ਪੈਂਦੇ ਆ। ਜਿਵੇਂ ਕਿ ਸਮੁੱਚੀ ਕੌਮ ਨੇ ਬੇਸ਼ੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਦੀ ਦਾ ਮਹਾਨ ਸਿੱਖ ਐਲਾਨਿਆ, ਪਿਛਲੀ ਸਦੀ ਦਾ, ਪਰ ਅੱਜ ਵੀ ਤੁਹਾਨੂੰ ਬਥੇਰੇ ਇਹੋ ਜਿਹੇ ਟੱਕਰ ਪੈਣਗੇ ਜਿਹੜੇ ਭਿੰਡਰਾਂ ਵਾਲੇ ਸੰਤਾਂ ਦੀ ਸ਼ਾਨ ਦੇ ਖਿਲਾਫ ਗੱਲਾਂ ਕਰਨਗੇ। ਇਵੇਂ ਹੀ ਬਥੇਰੇ ਇਹੋ ਜਿਹੇ ਸਿੱਖ ਨੇ ਜਿਹੜੇ ਸਿੱਖ ਜੁਝਾਰੂਆਂ ਨੂੰ ਨਿੰਦਦੇ ਭੰਡਦੇ ਆ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਅੱਜ ਵੀ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਖਿਲਾਫ ਚੱਲਣਗੇ। ਜਿਵੇਂ ਅੱਜ ਬੇਅਦਬੀ ਦਾ ਮਸਲਾ,
ਸਾਹਿਬ श्री गुरु ग्रंथ साहिब जी की बेअदबी करने वालियां दुष्टां नूं जदों भी किते फड़िया जांदा तां ओह फड़े गए बंदे जिहड़े ने उन्हां नूं इंडियन स्टेट कदे भी सज़ा नहीं दिंदा कि फिर एडी की गल एडी किड्डी की गल आ, क्योंकि उन्हां लई गऊ माता महान आ। ओह कहंदे सिखां दे इष्ट दी असीं की गल करनी आ, सिख आपदे इष्ट बारे जो मर्जी करन कराउण, असीं इहनूं क्यों इदां तरजीह दईए। तो गुरु ग्रंथ साहिब जिहड़ा सिखां दा इष्ट वा ओहदी बेअदबी तां आम गल मंन लई आ इंडियन स्टेट ने। ते जिहड़ी गऊ आ जां हिंदू नगरी आ ਉਹਦੇ ਵਿੱਚ ਉਹ ਕਹਿੰਦੇ ਆ ਜੀ ਵੀ ਜਿਹੜਾ ਸਾਡੇ ਭਾਵਨਾ ਦੇ ਅਨੁਸਾਰ ਗਲਤ ਚੀਜ਼ ਆ ਅਸੀਂ ਉਹਨੂੰ ਨਹੀਂ ਬਖਸ਼ ਸਕਦੇ, ਅਸੀਂ ਉਹਨੂੰ ਜਿਹੜਾ ਹੈਗਾ ਦਿਨੇ ਤਾਰੇ ਦਿਖਾ ਦਿਆਂਗੇ, ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਬੜਾ ਕੁਝ ਉਹ ਕਰਦੇ ਆ। ਹੁਣ ਜਿਹੜਾ ਇਸ ਚੀਜ਼ ਦੇ ਨਾਲ ਫਰਕ ਪਿਆ ਉਹ ਇਹ ਆ ਕਿ ਅੱਜ ਦਿੱਲੀ ਦੇ ਵਿੱਚ ਜਿੱਥੇ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਸੰਘਰਸ਼ ਚੱਲ ਰਿਹਾ ਉੱਥੇ ਅੱਜ ਇੱਕ ਬੇਅਦਬੀ ਕਰਨ ਲਈ ਬੰਦਾ ਪਹੁੰਚਿਆ ਜਿਹੜਾ ਫੜਿਆ ਵੀ ਗਿਆ ਤੇ ਜਿਹਨੇ ਇਹ ਮਰਨ ਤੋਂ ਪਹਿਲਾਂ ਮੰਨਿਆ ਵੀ ਆ ਬਈ ਮੈਂ 30,000 ਰੁਪਈਆ ਜਿਹੜਾ ਸੀ ਮੈਨੂੰ ਦੇ ਕੇ ਕਿਸੇ ਨੇ ਭੇਜਿਆ। ਉਹਦਾ ਟੱਬਰ ਤਰਨਤਾਰਨ ਜ਼ਿਲ੍ਹੇ ਦਾ ਉਹ ਬੰਦਾ ਹੈ, ਉਹਦਾ ਪਰਿਵਾਰ ਜਾਂ ਉਹਦੇ ਇਲਾਕੇ ਦੇ ਲੋਕ ਸਾਰੇ ਕਹਿੰਦੇ ਆ, ਪਿੰਡ ਵਾਲੇ ਵੀ ਕਹਿੰਦੇ ਆ ਵੀ ਇਹ ਨਸ਼ੇੜੀ ਬੰਦਾ ਆ, ਕੋਈ ਕੰਮ ਨਹੀਂ ਕਰਦਾ, ਘਰ ਵਾਲੀ ਇਹਦੀ ਛੱਡ ਕੇ ਇਹਨੂੰ ਤੁਰ ਗਈ ਆ ਤੇ ਇਹ ਲੋਕਾਂ ਦੇ ਕੰਮਕੂਰ ਕਰਕੇ ਮਾੜਾ ਮੋਟਾ ਨਸ਼ਾ ਪੱਤਾ ਕਰਦਾ ਰਹਿੰਦਾ। ਸੋ ਕਿਸੇ ਨੇ ਉਹਨੂੰ 30-35,000 ਰੁਪਈਆ ਦੇਤਾ, ਐਵੇਂ ਤਾਂ ਦਿੱਲੀ ਪਹੁੰਚ ਨਹੀਂ ਗਿਆ ਉਹ। ਉਹਦੇ ਘਰ ਦੇ ਕਹਿੰਦੇ ਆ, ਪਿੰਡ ਦੇ ਲੋਕ ਕਹਿੰਦੇ ਆ, ਉਹਦੇ ਹੋਰ ਜਾਣਕਾਰ ਕਹਿੰਦੇ ਆ ਕਿ ਉਹਦਾ ਅੰਮ੍ਰਿਤਸਰ ਆਉਣਾ ਵੀ ਉਹਦੇ ਲਈ ਤਾਂ ਬੜੀ ਵੱਡੀ ਗੱਲ ਆ। ਉਹ ਦਿੱਲੀ ਕਿਵੇਂ ਪਹੁੰਚ ਗਿਆ ਤੇ ਦਿੱਲੀ ਪਹੁੰਚ ਕੇ ਉਹਦਾ ਕਲੀਨ ਸ਼ੇਵ ਆ, ਬਿਲਕੁਲ ਮੂੰਹ ਸਿਰ ਮੁੰਨਿਆ ਹੋਇਆ, ਪਰ ਉਹਦੇ ਕਸ਼ਹਿਰਾ ਪਾਇਆ ਹੋਇਆ ਜਿਹੜੀ ਉਹਦੀ ਆਖਰੀ ਜਦੋਂ ਹੁਣ ਉਹਨੂੰ ਫੜਿਆ ਗਿਆ। ਉਹ ਐਡਾ ਵੱਡਾ ਅਡੰਬਰ ਉਹਨੇ ਐਵੇਂ ਤਾਂ ਰੱਖ ਨਹੀਂ ਲਿਆ। ਸੋ ਉਸ ਸ਼ਖਸ ਨੂੰ ਬੇਅਦਬੀ ਕਰਦੇ ਵਕਤ ਗ੍ਰਿਫਤਾਰ ਫੜ ਲਿਆ ਸਿੱਖਾਂ ਨੇ। ਫੜਨ ਤੋਂ ਬਾਅਦ ਹੁਣ ਪਿੱਛੇ ਇੰਨਾ ਕੁਝ ਹੋ ਚੁੱਕਿਆ ਬੀਤੇ ਦੌਰ ਵਿੱਚ ਕਿ ਸਿੱਖਾਂ ਨੂੰ ਬੜਾ ਰੋਹ ਹੈ ਇਸ ਗੱਲ ਦਾ ਕਿ ਇੰਡੀਅਨ ਸਟੇਟ ਕਦੇ ਵੀ ਕਿਸੇ ਦੁਸ਼ਟ ਨੂੰ ਸਜ਼ਾ ਨਹੀਂ ਦਿੰਦੀ, ਹਮੇਸ਼ਾ ਹੀ ਕਹਿ ਦਿੰਦੀ ਆ ਕਿ ਬੰਦਾ ਦਿਮਾਗੀ ਤੌਰ ਤੇ ਕਮਜ਼ੋਰ ਆ, ਇਸ ਕਰਕੇ ਜੀ ਇਹਨੂੰ ਅਸੀਂ ਉਹਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਕਰਾ ਦਿੰਦੇ ਆ। तो हुण जिहड़ा बंदा फड़िया लखवीर ਉਹਦਾ ਨਾਂ आ, ਉਹਦਾ रिकॉर्ड बड़ा खराब आ ते पिंड वाले ਉਹਦੇ ਨਾਲ मिलन वरतन तो भी गरेज करते आ, नशे का आदी आ। 5 साल पहला जदों ब्याह होया ਉਹਦਾ ਉਹਦੀ घर वाली ਉਹਦੀਆਂ आदतां तो छड्ड के चली गई, ਉਹਦੇ माँ प्यो भी ਉਹ ਤੋਂ दुखी होकर मर गए ते ਉਹਨੂੰ ਬੰਦੇ ਨੂੰ ਬੇਅਦਬੀ ਕਰਨ ਲਈ ਨਸ਼ੇ ਦੀ ਜਾਂ ਕਿਸੇ ਚੀਜ਼ ਦਾ ਲਾਲਚ ਦੇ ਕੇ ਜੋ ਮਰਜ਼ੀ ਉਹ ਤੋਂ ਕਰਵਾਇਆ ਜਾ ਸਕਦਾ। ਸੋ ਇਹੋ ਜਿਹਾ ਸ਼ਖਸ ਜਿਹੜਾ ਦਿੱਲੀ ਜਦੋਂ ਫੜਿਆ ਤਾਂ ਉਹਦੇ ਬਾਰੇ ਜਿਹੜੇ ਜਿਨ੍ਹਾਂ ਨੇ ਉਹਨੂੰ ਫੜਿਆ ਉਹਨਾਂ ਨੂੰ ਕਿੰਨਾ ਰੋਹ ਆਇਆ ਹੋਊ, ਕਿੰਨਾ ਗੁੱਸਾ ਚੜਿਆ ਹੋਊ ਉਸ ਮੌਕੇ ਕਿ ਇਹ ਸ਼ਖਸ ਜਿਹੜਾ ਹੈ ਇਹ ਉਹਨਾਂ ਪੰਜਾਬ 'ਚ ਜਿਹੜੀਆਂ ਇੰਨੀਆਂ ਬੇਅਦਬੀਆਂ ਹੋਈਆਂ ਹੁਣ ਦਿੱਲੀ ਪਹੁੰਚ ਗਏ ਇਹ ਬੇਅਦਬੀਆਂ ਕਰਨ ਵਾਲੇ। ਸੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਬੇਅਦਬੀ ਹੋਈ ਸੀ ਉਦਣ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਉੱਥੇ ਜਥੇਦਾਰ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਹੈ, ਇਹਨਾਂ ਨੇ ਉਦੋਂ ਵੀ ਕਿਹਾ ਸੀਗਾ ਕਿ ਬੇਅਦਬੀ ਕਰਨ ਵਾਲੇ ਦੁਸ਼ਟਾਂ ਨੂੰ ਪੁਲਿਸ ਜਿਹੜੀ ਆ ਉਹਦੇ ਹੱਥਾਂ 'ਚ ਦੇਣ ਦੀ ਬਜਾਏ ਸੰਗਤਾਂ ਮੌਕੇ ਤੇ ਆਪ ਹੀ ਸੇਵਾ ਕਰ ਦਿਆ ਕਰੋ। ਤੇ ਅੱਜ ਫਿਰ ਜਥੇਦਾਰਾਂ ਦਾ ਹੁਕਮ ਮੰਨ ਲਿਆ ਸੰਗਤਾਂ ਨੇ ਉੱਥੇ ਤੇ ਉਹਦਾ ਉੱਥੇ ਜਿਸ ਤਰੀਕੇ ਨਾਲ ਕੁੱਟ ਕਟਾਪਾ ਕੀਤਾ, ਉਹਦੇ ਸੱਟਾਂ ਫੇਟਾਂ ਮਾਰੀਆਂ, ਅਖੀਰ ਉਹਦੀ ਉੱਥੇ ਮੌਤ ਹੋ ਗਈ। ਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਧੜੱਲੇ ਨਾਲ ਮੰਨਿਆ ਵੀ ਆ ਕਿ ਅਸੀਂ ਇਹ ਕੰਮ ਕੀਤਾ, ਚਲੋ ਜਿਹੜਾ ਕਾਨੂੰਨ ਅਨੁਸਾਰ ਕੁਝ ਮਾੜਾ ਮੋਟਾ ਚੱਲਣਾ ਚਲਾਉਣਾ ਹੋਊ ਉਹ ਚੱਲੀ ਜਾਊਗਾ। ਪਰ ਉਦੋਂ ਬਾਅਦ ਵਿੱਚ ਹੋਣਾ ਤਾਂ ਇਹ ਚਾਹੀਦਾ ਕਿ ਹਰੇਕ ਭਾਰਤੀ ਹਰੇਕ ਸਿੱਖ ਇੱਕੋ ਗੱਲ ਕਵੇ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨਾਲ ਜੋ ਕੀਤਾ ਸਿੱਖਾਂ ਨੇ ਠੀਕ ਕੀਤਾ। ਨਾਲ ਚਲੋ ਜੇ ਕਿਸੇ ਨੇ ਇਹ ਕਹਿ ਲਵੇ ਵੀ ਭਾਈ ਠੀਕ ਆ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਹੋ ਲਵੇ, ਪਰ ਹੋ ਕੀ ਰਿਹਾ ਕਿ ਸਾਰੇ ਭਾਰਤ ਦਾ ਮੀਡੀਆ ਜਿਹੜਾ ਹੈ ਉਹ ਚੀਕਾਂ ਮਾਰਨ ਲੱਗਿਆ ਹੈ ਸਵੇਰ ਦਾ, ਨਾਲ ਕਾਮਰੇਡ ਰਲ ਗਏ ਤੇ ਨਾਲ ਆਪਣੇ ਸਿੱਖਾਂ ਦੇ ਵਿੱਚੋਂ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਨੇ ਉਹ ਵੀ ਰਲ ਗਏ ਤੇ ਸਾਰੇ ਜਾਣੇ ਪੂਰਾ ਦੱਬ ਕੇ ਚੀਕ ਚਿਹਾੜਾ ਪਾਈ ਬੈਠੇ ਆ ਕਿ ਜੀ ਇਹ ਸਿੱਖਾਂ ਨੇ ਬਹੁਤ ਮਾੜਾ ਕੀਤਾ ਜਿਹੜਾ ਬੇਅਦਬੀ ਕਰਨ ਵਾਲਾ ਠੋਕ ਦਿੱਤਾ। ਹੁਣ ਦੱਸੋ ਸਿੱਖ ਬੇਅਦਬੀਆਂ ਬਰਦਾਸ਼ਤ ਕਰ ਲੈਣ ਤੇ ਭਾਰਤ ਦਾ ਤੁਹਾਡਾ ਕਾਨੂੰਨ ਕਿਸੇ ਨੂੰ ਸਜ਼ਾ ਦੇਵੇ ਨਾ ਤੇ ਸਿੱਖ ਕਿੰਨਾ ਕੁ ਚਿਰ ਸਬਰ ਰੱਖਣ। ਆਮ ਸੰਗਤਾਂ ਤਾਂ ਸ਼ੁਕਰ ਕਰਦੀਆਂ ਵੀ ਸ਼ੁਕਰ ਆ ਹੁਣ ਸਬਰ ਦਾ ਪਿਆਲਾ ਜਿਹੜਾ ਸਿੱਖਾਂ ਦਾ ਸਬਰ ਦਾ ਬੰਨ ਟੁੱਟਿਆ ਤੇ ਜਿਹੜਾ ਜਥੇਦਾਰਾਂ ਨੇ ਵਚਨ ਕੀਤੇ ਸੀ ਉਹ ਨੇਪਰੇ ਚੜੇ ਆ, ਪੂਰੇ ਚੜੇ ਆ। ਸੋ ਬੜੀ ਚੰਗੀ ਗੱਲ ਵਾਪਰੀ ਆ। ਹੋ ਸਕਦਾ ਬਾਕੀ ਜਿਹੜੇ ਬੰਦੇ ਆ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਘਧਿੱਤ ਆਉਂਦੀ ਹੈ
कि जे पैसे पूसे मिलते हो आप भी बेअदबियां कर लीए, उन्होंने हो सकता अकल टिकाने आवे कि हुण अगले ठोक भी दिंदे है। पर इस गल दे विच असीं फिर कहने हैं कि इत्थे तक सिखां नूं आउण लई मजबूर किहने कीता? सिख तां फड़ के हरेक बार दोषी नूं पुलिस दे हवाले करदे रहे, ते जे अज सिखां ने उत्थे इहनूं सोधिया दुष्ट नूं, तां ओहनूं सिखां नूं इत्थे तक लैके किहने आंदा? ਉਹ ਭਾਰਤੀ ਸਟੇਟ ਸਿਸਟਮ ਹੈ ਜਿਹਨੇ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਇੱਥੇ ਕੋਈ ਇਨਸਾਫ ਜਿਹੜਾ ਹੈਗਾ ਨਹੀਂ ਮਿਲਣਾ ਸਿੱਖਾਂ ਨੂੰ, ਤੇ ਬੇਅਦਬੀ ਕਰਨ ਵਾਲਿਆਂ ਨੂੰ ਮਿੰਟੋ ਮਿੰਟੀ ਜਿਹੜਾ ਹੈ ਉਹਨੂੰ ਜ਼ਮਾਨਤ ਜਿਹੜੀ ਆ ਸਰਕਾਰ ਦਵਾ ਦੂਗੀ। ਇਹ ਜਿਹੜਾ ਬੰਦਾ ਜੇਕਰ ਇਹ ਬੇਅਦਬੀ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਵੀ ਦਿੱਤਾ ਜਾਂਦਾ, ਇਹਨੇ ਵੀ ਮੌਜ ਨਾਲ ਹਫ਼ਤੇ 10 ਦਿਨ ਹੀ ਘਰੇ ਆ ਜਾਣਾ ਸੀ ਤੇ ਸਿੱਖਾਂ ਨੂੰ ਚੜਾਇਆ ਕਰਨਾ ਸੀਗਾ ਕਿ ਤੁਹਾਡੇ ਇਸ਼ਟ ਦੀ ਬੇਅਦਬੀ ਕੀਤੀ ਆ, ਤੁਸੀਂ ਮੇਰਾ ਕੀ ਵਿਗਾੜ ਲਿਆ। ਸੋ ਅਸਲ ਵਿੱਚ ਤਾਂ ਅੱਜ ਨੇਕੀ ਦੀ ਬਦੀ ਉੱਤੇ ਜਿੱਤ ਹੋ ਗਈ ਹੈ। ਇਹ ਜਿਹੜਾ ਬਦੀ ਦਾ ਪ੍ਰਤੀਕ ਬਣ ਕੇ ਉੱਥੇ ਗਿਆ ਤੇ ਉੱਥੇ ਦੁਸਹਿਰੇ ਵਾਲੇ ਦਿਨ ਇਹਨੇ ਜਾ ਕੇ ਉੱਥੇ ਉਹ ਕੰਮ ਕੀਤਾ ਜਿਹੜਾ ਗਲਤ ਹੈ, ਤੇ ਜਦੋਂ ਇਹਨੂੰ ਸਿੱਖਾਂ ਨੇ ਸੋਧਾ ਲਾਤਾ ਫਿਰ ਭਾਈ ਅੱਜ ਦੁਸਹਿਰਾ ਸਫਲ ਹੋ ਗਿਆ। ਸੋ ਅੱਜ ਜਿਹੜਾ ਬੇਅਦਬੀ ਦੀ ਗੱਲ ਆ, ਤਾਂ ਕੱਲ ਉਹ ਦਿਨ ਲੰਘ ਕੇ ਗਿਆ ਜਦੋਂ ਲਾਹਨਤ ਦਿਹਾੜਾ ਮਨਾਇਆ। ਬਾਦਲ ਦੇ ਰਾਜ ਵਿੱਚ ਬਹਿਬਲ ਕਲਾਂ ਦੇ ਵਿੱਚ 2 ਸਿੰਘ ਸ਼ਹੀਦ ਕਰਤੇ, ਬਾਕੀ ਕੋਟਕਪੂਰੇ ਜੋ ਕੁਝ ਹੋਇਆ, ਜਿਵੇਂ ਸਿੱਖਾਂ ਉੱਤੇ ਤਸ਼ੱਦਦ ਹੋਇਆ, ਇਨਸਾਫ ਤਾਂ ਕੀ ਦੇਣਾ ਸੀ, 2 ਹੋਰ ਮਾਰ ਦਿੱਤੇ ਸੀ, 2 ਹੋਰ ਸ਼ਹੀਦ ਕਰ ਦਿੱਤੇ ਸੀ। ਸਿੱਖਾਂ ਦਾ ਇਸ਼ਟ ਦੀ ਬੇਅਦਬੀ ਹੋ ਜੇ, ਸਿੱਖਾਂ ਨੂੰ ਗੋਲੀਆਂ ਨਾ ਉਡਾ ਦਿਓ, ਸਿੱਖਾਂ ਨੂੰ ਇਨਸਾਫ ਨਾ ਦਿਓ, ਜੇ ਬੇਅਦਬੀ ਵਾਲਾ ਫੜਾਓ ਤਾਂ ਕੋਈ ਇਨਸਾਫ ਨਾ ਦਿਓ, ਤੇ ਅੱਕੇ ਹੋਏ ਸਿੱਖ ਫਿਰ ਜੇ ਆਪਦੇ ਹੱਥੀਂ ਸੋਧਾ ਲਾਉਣ ਫਿਰ ਚੀਕਾਂ ਮਾਰਦੇ ਹੋ, ਫਿਰ ਕਹਿੰਦੇ ਹੋ ਜੀ ਇਹ ਜਿਹੜੇ ਲੋਕ ਨੇ ਇਹਨਾਂ ਨੇ ਕਾਨੂੰਨ ਹੱਥ 'ਚ ਲੈ ਲਿਆ। ਭਾਈ ਕਾਨੂੰਨ ਸਿੱਖ ਕਿਉਂ ਤੋਂ ਹੱਥ 'ਚ ਲੈਂਦੇ ਆ, ਪਹਿਲਾਂ ਇਹ ਪਤਾ ਕਰੋ। ਬੜੀ ਚੰਗੀ ਗੱਲ ਆ, ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ, ਬਹੁਤ ਮਾੜੀ ਗੱਲ ਆ ਕਾਨੂੰਨ ਹੱਥ 'ਚ ਲਿਆ, ਸਾਰਾ ਕੁਝ ਹੀ ਤੁਹਾਡਾ ਸੱਚਾ ਮੰਨ ਲੈਂਦੇ ਆ। ਪਰ ਪਹਿਲਾਂ ਇਹ ਦੱਸੋ ਕਿ ਤੁਸੀਂ ਇਹ ਚੀਜ਼ ਜਿਹੜੀ ਆ, ਹੁਣ ਤੁਸੀਂ ਦਹਾਈਆਂ ਪਾਉਂਦੇ ਹੋ ਕਿ ਮਾਸੂਮ ਬੰਦਾ ਮਾਰਤਾ ਜੀ, ਹੁਣ ਉਹ ਮਾਸੂਮ ਹੋ ਗਿਆ। ਹੁਣ ਜੀ ਬੜਾ ਚੇਤੇ ਆਉਂਦਾ ਕਿ ਉਹ ਤਾਂ ਜੀ ਆਹ ਸੀ, ਉਹ ਸੀ, ਗਰੀਬ ਸੀ, ਉਹਦੇ ਘਰ ਦੇ ਵੀ ਹੁਣ ਬੜੀਆਂ ਸਫਾਈਆਂ ਦਿੰਦੇ ਆ। ਪਰ ਜਦੋਂ ਉਹ ਕਾਲੀ ਕਰਤੂਤ ਕਰਨ ਦਿੱਲੀ ਪਹੁੰਚਿਆ, ਉਦੋਂ ਵੀ ਤਾਂ ਉਹਨੂੰ ਪਤਾ ਹੀ ਸੀ ਕਿ ਇਹ ਚੀਜ਼ ਜਿਹੜੀ ਮੈਂ ਕਰਨ ਲੱਗਿਆ ਇਹਦਾ ਰਿਜ਼ਲਟ ਕਿੰਨਾ ਮਾੜਾ ਨਿਕਲੂਗਾ। ਤੇ ਅੱਜ ਜਿਹੜੇ ਲੋਕ, ਜਿਹੜਾ ਭਾਰਤ ਦਾ ਮੀਡੀਆ, ਜਿਹੜੇ ਅੱਜ ਹਿੰਦੂ ਲੋਕ ਜਾਂ ਹੋਰ ਭਕਾਈ ਮਾਰ ਰਹੇ ਨੇ ਕਿ ਸਿੱਖਾਂ ਨੇ ਮਾੜਾ ਕੀਤਾ, ਇਹ ਉਦੋਂ ਪਤਾ ਨਹੀਂ ਕਿੱਥੇ ਸੀਗੇ ਜਦੋਂ ਪੰਜਾਬ ਦੇ ਵਿੱਚ ਘਰਾਂ ਚੋਂ ਚੱਕ ਕੇ ਲੱਖਾਂ ਦੀ ਗਿਣਤੀ 'ਚ ਸਿੱਖ ਨੌਜਵਾਨਾਂ ਨੂੰ ਲਾਵਾਰਸ਼ ਲਾਸ਼ਾਂ ਕਹਿ ਕੇ ਫੂਕ ਦਿੱਤਾ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ, ਤੇ ਕਹਿੰਦੇ ਮੁਆਵਜ਼ੇ ਲੈਣਿਆ ਲੈ ਲਓ, ਅਸੀਂ ਕਿਸੇ ਨੂੰ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਨਹੀਂ ਦੇਣੀ। ਉਦੋਂ ਕਾਨੂੰਨ ਦੀ ਗੱਲ ਕਿੱਥੇ ਗਈ ਹੋਈ ਸੀ? ਹਜੇ ਥੋੜਾ ਟਾਈਮ ਹੀ ਹੋਇਆ ਯੂਪੀ ਦੇ ਵਿੱਚ ਇੱਕ ਮੁਹੰਮਦ ਇਖਲਾਕ ਨਾਂ ਦੇ ਬੰਦੇ ਦੇ ਘਰੇ ਵੜ ਗਏ ਤੇ ਕਹਿੰਦੇ ਵੀ ਤੇਰੇ ਫਰਿੱਜ ਦੇ ਵਿੱਚ ਗਊ ਦਾ ਮਾਸ ਆ। ਹਾਲਾਂਕਿ ਕੋਈ ਗਊ ਦਾ ਮਾਸ ਨਹੀਂ ਸੀ, ਪਰ ਉਹਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਉਹਦਾ ਕਤਲ ਕਰ ਦਿੱਤਾ। ਤੇ ਜੇ ਅੱਜ ਨਿਹੰਗ ਸਿੰਘਾਂ ਨੇ ਆਪਦੇ ਇਸ਼ਟ ਲਈ ਜਿਹੜੀ ਕਿ ਸੱਚੀ ਬੇਅਦਬੀ ਉੱਥੇ ਉਹਦੇ ਲਈ ਕਰ ਦਿੱਤਾ ਕੰਮ, ਤਾਂ ਬੜੀਆਂ ਚੀਕਾਂ ਵੱਜ ਰਹੀਆਂ ਨੇਗੀਆਂ। ਭਾਈ 6 ਸਾਲ ਹੋ ਗਏ ਤੇ 200 ਤੋਂ ਵੱਧ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਤੇ ਜਿਹੜਾ ਬੇਅਦਬੀ ਦਾ ਸ਼ੁਰੂ ਹੋਇਆ ਡੇਰਾ ਸਰਸਾ ਵਾਲੇ, ਉਹ ਮੌਜ ਨਾਲ ਜ਼ਮਾਨਤਾਂ ਲੈ ਕੇ ਸਿੱਖਾਂ ਦੀ ਹਿੱਕ ਤੇ ਦੀਵਾ ਜਾਲੀ ਬੈਠੇ ਆ। ਤੇ ਜਿਹੜਾ ਨੈਟ ਇੰਡੀਅਨ ਸਟੇਟ ਸਿਸਟਮ, ਭਾਰਤੀ ਕਾਨੂੰਨ ਸਿੱਖਾਂ ਨੂੰ ਇਨਸਾਫ ਤੋਂ ਇਨਕਾਰੀ ਹੋਇਆ, ਹੁਣ ਸਿੱਖ ਉਹਦੇ 'ਚ ਹੋਰ ਕਿੰਨਾ ਕੁ ਯਕੀਨ ਰੱਖਣ। ਇਹ ਜਿਹੜਾ ਅੱਜ ਵਾਲਾ ਕੰਮ ਹੋਇਆ, ਅਸਲ ਵਿੱਚ ਚੀਕਾਂ ਇਸ ਗੱਲ ਤੋਂ ਪੈਂਦੀਆਂ ਨੇ ਕਿ ਹੁਣ ਜਿੱਥੇ ਵੀ ਹੋਰ ਬੇਅਦਬੀ ਹੋਏਗੀ ਉੱਥੇ ਸਿੱਖ ਜਿਹੜੇ ਆ ਆਪਦੇ ਹੱਥੀਂ ਸੋਧੇ ਲਾਉਣਗੇ, ਤੇ ਇਹ ਤਾਂ ਜੀ ਕੰਮ ਬੜਾ ਮਾੜਾ ਹੋ ਜਾਊਗਾ। ਫਿਰ ਤਾਂ ਬੇਅਦਬੀਆਂ ਵਾਲੇ ਡਰ ਜਾਣਗੇ। ਇੰਡੀਅਨ ਸਟੇਟ ਸਿਸਟਮ ਦਾ ਤੇ ਇਸ ਭਾਰਤੀ ਮੀਡੀਆ ਦਾ ਦੁੱਖ ਇਹ ਆ ਬਈ ਕਿਤੇ ਹੁਣ ਸਾਡੇ ਜਿਹੜੇ ਬੇਅਦਬੀ ਕਰਾਉਣ ਵਾਲੇ ਲੋਕ ਨੇ ਉਹਨਾਂ ਦੇ ਮਨਾਂ 'ਚ ਦਹਿਸ਼ਤ ਨਾ ਪੈ ਜਾਵੇ, ਕਿਤੇ ਉਹ ਡਰਦੇ ਇਸ ਗੱਲੋਂ ਹਟ ਨਾ ਜਾਣ। ਇਸ ਗੱਲ ਦੀ ਪੀੜ ਜਿਹੜੀ ਆ ਉਹਦੇ ਵਿੱਚੋਂ ਇਹ ਲੋਕ ਜਿਹੜੇ ਨੇ ਐਡਾ ਚੀਕ ਚਿਹਾੜਾ ਸਵੇਰ ਦਾ ਪਾਈ ਬੈਠੇ ਆ। ਜਿਹੜੀ ਗੱਲ ਆਪਾਂ ਪਹਿਲਾਂ ਕਹੀ ਆ ਵੀ ਮੀਡੀਆ ਇਸ ਵੇਲੇ, ਭਾਰਤੀ ਮੀਡੀਆ ਨੇ ਇਸ ਵੇਲੇ ਉਹ ਸਾਰਾ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਜਿਹੜਾ ਸਦੀਆਂ ਪਹਿਲਾਂ ਆਰੀਅਨ ਨਸਲ ਦੇ ਬ੍ਰਾਹਮਣਾਂ ਨੇ
ਉੱਚ ਜਾਤੀ ਆਪਦੇ ਆਪ ਨੂੰ ਸਮਝਣ ਵਾਲਿਆਂ ਨੇ ਗ੍ਰੰਥ ਪੁਰਾਣਿਆਂ 'ਚ ਕੀਤਾ। ਉਦੋਂ ਉਹਨਾਂ ਨੇ ਪੁਰਾਤਨ ਗ੍ਰੰਥਾਂ ਦੇ ਵਿੱਚ ਆਪਦੇ ਆਪ ਨੂੰ ਨਾਇਕ ਤੇ ਦੂਜਿਆਂ ਨੂੰ ਖਲਨਾਇਕ ਦਰਸਾ ਲਿਆ। ਅੱਜ ਵੀ ਉਹ ਕਹਿੰਦੇ ਨੇ ਕਿ ਬੇਅਦਬੀ ਕਰਨ ਵਾਲਾ ਤਾਂ ਹੀਰੋ ਆ, ਬੇਅਦਬੀ ਕਰਨ ਵਾਲਾ ਤਾਂ ਮਾਸੂਮ ਆ, ਬੇਅਦਬੀ ਕਰਨ ਵਾਲਾ ਤਾਂ ਠੀਕ ਬੰਦਾ, ਪਰ ਜਿਹੜੇ ਬੇਅਦਬੀ ਕਰਨ ਵਾਲੇ ਨੂੰ ਸੋਧਾ ਲਾਉਂਦੇ ਆ ਉਹ ਖਲਨਾਇਕ ਨੇ, ਉਹ ਬੜੇ ਮਾੜੇ ਆ। ਤੇ ਇਹ ਜਿਹੜੀ ਚੀਜ਼ ਆ ਅੱਜ ਇਹਨੇ ਇੱਕ ਪਰਖ ਦੀ ਘੜੀ ਪੈਦਾ ਕਰ ਦਿੱਤੀ। ਇੱਕ ਪਾਸੇ ਬੇਅਦਬੀ ਦੇ ਸਮਰਥਕ ਨੇ, ਇੱਕ ਪਾਸੇ ਸਿੱਖ ਕੌਮ। ਹਰ ਬੰਦਾ ਜਿਹੜਾ ਸਿੱਖੀ ਨੂੰ ਪਿਆਰ ਕਰਦਾ, ਸਿੱਖ ਧਰਮ ਦਾ ਸਤਿਕਾਰ ਕਰਦਾ, ਉਹ ਇਹੀ ਕਹੂਗਾ ਕਿ ਬੇਅਦਬੀਆਂ ਤਾਂ ਐਂ ਰੁਕਣਗੀਆਂ ਕਿਉਂਕਿ ਇੰਡੀਅਨ ਸਟੇਟ ਤਾਂ ਹੁਣ ਹੱਥ ਖੜੇ ਕਰ ਗਈ ਆ। ਤੇ ਜਿਹੜਾ ਚਾਹੁੰਦਾ ਕਿ ਬੇਅਦਬੀਆਂ ਹੁੰਦੀਆਂ ਰਹਿਣ ਉਹ ਕਹੂਗਾ ਜੀ ਬੜਾ ਮਾੜਾ ਹੋ ਗਿਆ, ਇਹ ਤਾਂ ਜੀ ਬਹੁਤ ਗਲਤ ਹੋ ਗਿਆ। ਸੋ ਇਹ ਲਕੀਰ ਕੀਤੀ ਜਾ ਚੁੱਕੀ ਆ। ਜਿਹਨੇ ਸਿੱਖੀ ਵੱਲ ਜਾਂ ਸਿੱਖਾਂ ਵੱਲ ਖੜਨਾ ਉਹਦੇ ਲਈ ਵੀ ਰਾਹ ਖੁੱਲਾ। ਜਿਹੜਾ ਕਹਿੰਦਾ ਕਿ ਬੇਅਦਬੀਆਂ ਹੁੰਦੀਆਂ ਰਹਿਣ ਤੇ ਸਿੱਖ ਜਿਹੜੇ ਆ ਉਹਨਾਂ ਨੂੰ ਇਨਸਾਫ ਮਿਲੇ ਨਾ ਮਿਲੇ ਪਰ ਸਿੱਖ ਕੁਛ ਕਰਨ ਨਾ ਤੇ ਉਲਟਾ ਬਰਦਾਸ਼ਤ ਕਰਨ ਇਹ ਸਾਰੇ ਕਾਸੇ ਨੂੰ, ਉਹ ਸਾਰੀ ਜਿਹੜੀ ਵਰਗ ਵਾ ਉਹਦੇ ਲਈ ਵੀ ਮੈਦਾਨ ਖੁੱਲਾ ਵੀ ਉਹਨਾਂ ਨੇ ਕਿਹੜੇ ਪਾਸੇ ਜਾਣਾ। ਸੋ ਜਿਹੜਾ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦਾ ਲੀਡਰ ਉਹ ਪਿੱਛੇ ਜੇ ਕਹਿੰਦਾ ਸੀਗਾ ਵੀ ਜੇ ਸਾਡੇ ਕਿਸਾਨਾਂ ਦੀ ਜ਼ਮੀਨ ਵੱਲ ਨੂੰ ਕੋਈ ਝਾਕੂਗਾ ਤਾਂ ਕੱਲੇ ਕੱਲੇ ਪੰਜਾਬੀ ਦੇ ਮੋਢੇ ਤੇ ਗੰਡਾਸਾ ਹੋਊਗਾ। ਭਾਈ ਜੇ ਅੱਜ ਸਿੱਖਾਂ ਨੇ ਆਪਦੇ ਇਸ਼ਟ ਪਿੱਛੇ ਸੋਧਾ ਲਾਤਾ, ਹੁਣ ਕਾਹਤੋਂ ਮੁੱਕਰਦੇ ਫਿਰਦੇ ਹੋ? ਜ਼ਮੀਨ ਜਿਹੜੀ ਆ ਉਹ ਸਾਡੇ ਸਿੱਖਾਂ ਦੇ ਇਸ਼ਟ ਨਾਲੋਂ ਜ਼ਿਆਦਾ ਅਹਿਮ ਆ। ਸਾਡਾ ਇਸ਼ਟ ਮਹਾਨ ਆ ਕਿ ਜ਼ਮੀਨਾਂ ਮਹਾਨ ਆ? ਸੋ ਅੱਜ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੀ ਹਮਾਇਤ ਵਿੱਚ ਡਟਣ ਦੀ ਬੜੀ ਭਾਰੀ ਲੋੜ ਹੈ। ਕਿਉਂ ਲੋੜ ਹੈ? ਕਿਉਂਕਿ ਜਿਹੜੇ ਮਾਹੌਲ ਸਿਰਜੇ ਜਾਂਦੇ ਆ, ਬਿਰਤਾਂਤ ਸਿਰਜੇ ਜਾਂਦੇ ਆ, ਉਹਨਾਂ ਦੇ ਤਹਿਤ ਕਿਸੇ ਕੌਮ ਦਾ ਮਾਣ ਸਤਿਕਾਰ ਵਕਾਰ ਹੈਸੀਅਤ ਪੁੱਛ-ਗਿੱਛ ਦਾ ਪਤਾ ਲੱਗਦਾ। ਜੇ ਤਾਂ ਪੰਜਾਬ ਦੀ ਧਰਤੀ ਉੱਤੇ ਹਰੇਕ ਦੁਸ਼ਟ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਆ ਕਿ ਭਾਈ ਜੇ ਬੇਅਦਬੀ ਕੀਤੀ ਤਾਂ ਜਿਵੇਂ ਰਾਵਣ ਨੂੰ ਮਾਰਨ ਵਾਲੇ ਰਾਮਚੰਦਰ ਨੂੰ ਹੀਰੋ ਮੰਨਿਆ ਜਾਂਦਾ ਨਾ, ਉਵੇਂ ਬੇਅਦਬੀ ਦੇ ਦੋਸ਼ੀਆਂ ਨੂੰ ਠੋਕਣ ਵਾਲਿਆਂ ਨੂੰ ਲੋਕ ਨਾਇਕ ਮੰਨਣਗੇ, ਮਹਾਨਾਇਕ ਮੰਨਣਗੇ। ਬੇਅਦਬੀ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਲੋਕ ਉਹਨਾਂ ਨੂੰ ਮਾੜਾ ਕਹਿਣਗੇ। ਬੜੀ ਕਾਂ ਸਵੇਰ ਦੀ ਲਾਈ ਹੋਈ ਆ। ਜਦੋਂ ਖੇਤਾਂ ਦੇ ਵਿੱਚ ਛੱਲੀਆਂ ਬੀਜ ਦਈਦੀਆਂ ਨੇ, ਛੱਲੀਆਂ ਨੂੰ ਖਾਣ ਲਈ, ਮੱਕੀ ਨੂੰ ਖਾਣ ਲਈ ਕਾਂ ਜਾਂ ਹੋਰ ਜਾਨਵਰ ਬੜੇ ਪਰੇਸ਼ਾਨ ਕਰਦੇ ਆ, ਤੋਤੇ ਆ ਜਾਂਦੇ। ਤਾਂ ਜਿਹੜੇ ਪੁਰਾਣੇ ਸਾਡੇ ਲੋਕ ਸੀ ਉਹ ਕੀ ਕਰਦੇ ਸੀ, ਕੋਈ ਉਹੋ ਜਿਹਾ ਕੌਂ ਵਰਗਾ ਜਾਨਵਰ ਲੱਗਦਾ ਸੀ ਦੇਖਣ ਨੂੰ ਵੀ ਕਨੀ ਕਾਂ ਮਾਰ ਕੇ ਟੰਗਿਆ ਹੋਇਆ। ਕਈ ਵਾਰੀ ਕੋਈ ਮਰਿਆ ਹੋਇਆ ਕਾਂ ਡਿੱਗ ਕੇ ਚੜ ਜਾਣਾ, ਲੋਕਾਂ ਨੇ ਉਹ ਟੰਗ ਲੈਣਾ। ਉਸ ਮਰੇ ਹੋਏ ਕਾਂ ਨੂੰ ਦੇਖ ਕੇ ਬਾਕੀ ਕਾਂ ਜਿਹੜੇ ਸੀ ਨਾਲੇ ਤਾਂ ਕਾਂ ਕਰਦੇ ਸੀ ਤੇ ਨਾਲੇ ਭੱਜ ਜਾਂਦੇ ਸੀ, ਉਧਰ ਆਉਂਦੇ ਨਹੀਂ ਸੀ ਵੀ ਬੜਾ ਖਤਰਾ। ਸੋ ਉਵੇਂ ਅੱਜ ਕਾਂ ਮਾਰ ਕੇ ਟੰਗਿਆ ਸਿੱਖਾਂ ਨੇ ਕਿ ਜਿਹੜਾ ਬੰਦਾ ਭਾਈ ਸਾਡੇ ਇਸ਼ਟ ਦੀ ਬੇਅਦਬੀ ਕਰੂਗਾ ਇਸ ਤਰੀਕੇ ਨਾਲ ਸੋਧੇ ਲੱਗਣਗੇ। ਸੋ ਅੱਜ ਜਦੋਂ ਕਾਂ ਸਵੇਰ ਦੀ ਹੋ ਰਹੀ ਆ ਤਾਂ ਇਹ ਲੱਗਦਾ ਕਿ ਅਸਰ ਹੋ ਰਿਹਾ। ਜਿੰਨੀ ਜ਼ਿਆਦਾ ਹਾਲ ਦਹਾਈ ਭਾਰਤੀ ਮੀਡੀਆ ਨੇ ਪਾਈ ਆ, ਜਿੰਨੀ ਸਿੱਖੀ ਦੇ ਦੁਸ਼ਮਣਾਂ ਨੇ ਅੱਜ ਚੀਕ ਚੰਗਿਆੜਾ ਪਾਇਆ, ਉਹਦਾ ਇੱਕ ਫਾਇਦਾ ਤਾਂ ਜ਼ਰੂਰ ਹੈ ਬਈ ਜਿਹੜੇ ਬੇਅਦਬੀ ਕਰਾਉਣ ਵਾਲੇ ਆ ਉਹਨਾਂ ਤੱਕ ਗੱਲ ਲਾਜ਼ਮੀ ਉੱਪਰ ਦੀ ਹੋ ਸਕਦਾ ਸਿੱਖਾਂ ਤੋਂ ਉੱਪਰ ਦੀ ਨਾ ਹੁੰਦੀ। ਹੁਣ ਦਿਖਾਉਂਦੇ ਆ ਵੀ ਬੜਾ ਬੇਰਹਿਮੀ ਨਾਲ ਵੜਤਾ ਜੀ, ਬੜਾ ਇਨੋਸੈਂਟ ਬੰਦਾ ਮਾਰਤਾ ਜੀ, ਬੜਾ ਇਹ ਹੋ ਗਿਆ ਜੀ, ਬੜਾ ਉਹ ਹੋ ਗਿਆ। ਉਹ ਭਾਈ ਜਿਹੜੇ ਮੀਡੀਏ ਨੂੰ, ਜਿਹੜੇ ਮੁਲਕ ਨੂੰ, ਜਿਹੜੇ ਲੋਕਾਂ ਨੂੰ ਸਾਡੇ ਇਸ਼ਟ ਦਾ ਦੁੱਖ ਨਹੀਂ ਹੈਗਾ ਤੇ ਉਸ ਦੁਸ਼ਟ ਦਾ ਦੁੱਖ ਵਾ ਜਿਹੜਾ ਬੇਅਦਬੀ ਕਰਨ ਫਿਰਦਾ, ਤਾਂ ਅਸੀਂ ਉਸ ਮੁਲਕ, ਉਹਨਾਂ ਮੁਲਕਾਂ ਤੋਂ, ਉਹਨਾਂ ਲੋਕਾਂ ਤੋਂ, ਉਹਨਾਂ ਮੀਡੀਆ ਵਾਲਿਆਂ ਤੋਂ ਲੈਣਾ ਕੀ ਆ? ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਅਸੀਂ ਇਸ ਮੁਲਕ ਨਾਲੋਂ ਖਾਲਿਸਤਾਨ ਦੇ ਹਮੈਤੀ ਆ। ਜੇ ਇਹ ਜਿਹੜਾ ਮੁਲਕ ਆ, ਇਹ ਜਿਹੜੇ ਲੋਕ ਨੇ, ਇਹ ਜਿਹੜਾ ਮੀਡੀਆ, ਇਹ ਕਹਿੰਦਾ ਜੀ ਬੰਦੇ ਨਾ ਵੱਢੋ, ਲੋਕਾਂ ਨੂੰ ਨਾ ਕੁਛ ਕਹੋ, ਦੁਸ਼ਟਾਂ ਨੂੰ, ਬੇਅਦਬੀਆਂ ਬਰਦਾਸ਼ਤ ਕਰੋ। ਹੁਣ ਦੱਸੋ ਭਾਈ, ਜੇ ਕਾਨੂੰਨ ਚੰਗਾ ਹੁੰਦਾ ਤਾਂ ਅੱਜ ਨਿਹੰਗ ਸਿੰਘਾਂ ਨੂੰ ਆਪਦੇ ਹੱਥ ਇਸ ਗੰਦੇ ਖੂਨ ਨਾਲ ਨਾ ਰੰਗਣੇ ਪੈਂਦੇ। ਬਹੁਤ ਮਾੜੀ ਗੱਲ ਆ ਹਿੰਸਾ, ਅਸੀਂ ਵੀ ਕਹਿ ਦਿੰਦੇ ਆ, ਪਰ ਜਿਹੜੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕਰੋ ਤਿਸ ਸੰਗ ਕਿਰਪਾਨ। ਜਿਹੜਾ ਇਹ ਗੱਲ ਆ ਇੱਥੇ ਤੱਕ ਆਉਣਾ ਕਾਹਤੋਂ ਪਿਆ ਸਿੱਖਾਂ ਨੂੰ?
सिख दा कानून हत्थ च लैण वाले है नहीं। सिख तां हमेशा ही शांति नाल गल करदे आ। सिखां दे इष्ट दीयां बेअदबियां हो रहीआं, सिख फिर धरने मुजाहरे लाउंदे आ। ते अज तां साडे कोले कोई इहो जिहा नायक भी है नहीं संत भिंडरां वालियां वर्गा जिहड़ा आखे कि बेअदबी करन वालियां नूं सोध के आओ मैं संभूंगा। अज तां कोई पर धन ने वो गुरु दे लाल जिन्हां ने आपदा धर्म निभाया, आपदा फर्ज निभाया। ठीक आ, उन्हां नूं तकलीफ होएगी, उन्हां नूं कानून अनुसार उन्हां नूं तंगी भी आएगी, पर तंगी तां उदण भी आउण दा पता ही सी जिद्दण ਜਿਹੜਾ ਨਰਕਧਾਰੀਆ ਗੁਰਬਚਨਾ ਸੀ ਉਹਨੂੰ ਜਦੋਂ ਸੋਧਣ ਦਾ ਮਨ ਬਣਾਇਆ ਸੀ, ਉਦੋਂ ਵੀ ਉਹਨਾਂ ਦੇ ਮਨ 'ਚ ਭਾਈ ਰਣਜੀਤ ਸਿੰਘ, ਭਾਈ ਕਾਬਲ ਸਿੰਘ ਮਲਕ ਟੋਰਾ ਤੇ ਹੋਰ ਜਿਹੜੇ ਸਿੰਘ ਸੀ ਉਹਨਾਂ ਨੂੰ ਪਤਾ ਹੀ ਸੀ ਵੀ ਤੰਗੀ ਤਾਂ ਆਊਗੀ ਜੇ ਫੜੇ ਗਏ। ਤੰਗੀ ਤਾਂ ਜਦੋਂ ਇੰਦਰਾ ਨੂੰ ਠੋਕਿਆ ਉਸ ਦਿਨ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਵੀ ਪਤਾ ਸੀ ਵੀ ਤੰਗੀ ਆਊਗੀ। ਤੰਗੀ ਦਾ ਤਾਂ ਵੈਦਿਆਂ ਨੂੰ ਠੋਕਣ ਵਾਲਿਆਂ ਨੂੰ ਭਾਈ ਨਿਰਮਲ ਸਿੰਘ ਨਿੰਮਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਨੂੰ ਵੀ ਪਤਾ ਸੀ। ਬਿਆੰਤੇ ਬੁੱਚੜ ਨੂੰ ਠੋਕਣ ਵਾਲਿਆਂ ਨੂੰ ਵੀ ਪਤਾ ਸੀ। ਜਿੰਨੇ ਦੁਸ਼ਟ ਪੰਜਾਬ ਦੇ ਵਿੱਚ 1978 ਤੋਂ ਹੁਣ ਤੱਕ ਸੋਧੇ ਗਏ ਨੇ, ਹਰ ਵਾਰੀ ਸੋਧਣ ਵਾਲਿਆਂ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇਕਰ ਅਸੀਂ ਇਹ ਕਾਰਨਾਮਾ ਕੀਤਾ, ਜੇ ਅਸੀਂ ਫੜੇ ਗਏ ਤਾਂ ਸਾਨੂੰ ਤੰਗੀ ਝੱਲਣੀ ਪਊ, ਤੇ ਜੇ ਨਾ ਵੀ ਫੜੇ ਗਏ ਤਾਂ ਸਾਡਾ ਪਤਾ ਲੱਗ ਗਿਆ ਜਦੋਂ ਤਾਂ ਸਾਡੇ ਟੱਬਰ ਨੂੰ, ਸਾਡੇ ਪਰਿਵਾਰ ਨੂੰ ਤੰਗੀ ਝੱਲਣੀ ਪਊ। ਇਹ ਤੰਗੀ ਦਾ ਤਾਂ ਪਤਾ ਹੀ ਸੀ। ਸੋ ਇਹ ਜਿਹੜੇ ਨਿਹੰਗ ਸਿੰਘ ਆ, ਇਹਨਾਂ ਨੂੰ ਐਵੇਂ ਮੀਡੀਆ ਦੇ ਰਾਹੀਂ ਬਦਨਾਮ ਕਰਕੇ ਜਾਂ ਡਰਾ ਧਮਕਾ ਕੇ ਆਪਦੇ ਆਪ ਨੂੰ ਸਮਝਣਾ ਵੀ ਅਸੀਂ ਖਣੀ ਇਹਨਾਂ ਨੂੰ ਸਿੱਖ ਜਗਤ ਨੂੰ ਨੀਵੀਂ ਪਵਾ ਦੇਾਂਗੇ, ਇਹੋ ਜੀ ਗੱਲ ਨਹੀਂ। ਉਹਨਾਂ ਗੁਰਸਿੱਖਾਂ ਨੂੰ ਪਤਾ ਹੀ ਸੀ, ਜਿਨ੍ਹਾਂ ਨੇ ਸਵੇਰੇ ਸਵਖਤੇ ਜਦੋਂ ਅੱਜ ਲੋਕ ਉੱਠੇ ਆ ਉਹਨਾਂ ਦੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਆ ਗਏ, ਅਗਲਾ ਨੇ ਵੀਡੀਓ ਪਾ ਕੇ ਲਾਈਵ ਹੋ ਕੇ ਧੜੱਲੇ ਨਾਲ ਦੱਸਿਆ ਕਿ ਅਸੀਂ ਇਹ ਕੰਮ ਕੀਤਾ ਤੇ ਸਾਨੂੰ ਇਸ ਗੱਲ ਤੇ ਮਾਣ ਆ। ਹੁਣ ਉਹਨਾਂ ਨੂੰ ਇਸ ਗੱਲ ਦਾ ਜਦੋਂ ਪਤਾ ਚੰਗੀ ਤਰ੍ਹਾਂ ਕਿ ਇਹਦੇ ਅਰਥ ਕੀ ਆ, 302 ਜਦੋਂ ਲੱਗਦੀ ਆ ਉਹਦਾ ਮਤਲਬ ਕੀ ਹੁੰਦਾ, ਪਰ ਜਿੱਦਾਂ ਪਾਪੀ ਪੂਲੇ ਨੂੰ ਮਿੱਟੀ ਦਾ ਡੀਜ਼ਲ ਪਾ ਕੇ ਤੇਲ ਪਾ ਕੇ ਸਾੜਿਆ ਸੀ, ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹਦਾ ਮਤਲਬ ਕੀ ਹੁੰਦਾ। ਜਦੋਂ ਕਿਸੇ ਦੁਸ਼ਟ ਨੂੰ ਠੋਕਦਾ ਬੰਦਾ 302 ਲੱਗਦੀ ਆ, ਤੇ 302 ਦੇ ਵਿੱਚ ਫਾਂਸੀ ਵੀ ਹੁੰਦੀ ਆ, ਉਮਰ ਕੈਦ ਵੀ ਹੁੰਦੀ ਆ। ਤੇ ਬੜੇ ਸਾਡੇ ਇਹੋ ਜਿਹੇ ਪਹਿਲਾਂ ਗੁਰਸਿੱਖ ਪਿਆਰੇ ਜੇਲ੍ਹਾਂ 'ਚ ਬੈਠੇ ਨੇ, ਪਰ ਅੱਗੇ ਬਿਨਾਂ ਕਿਸੇ ਗੱਲ ਤੋਂ ਫੜ ਕੇ ਅੰਦਰ ਤੁੰਨੀ ਜਾਂਦੇ ਆ, ਝੂਠੇ ਕੇਸਾਂ ਵਿੱਚ UAPA ਲਾ ਕੇ ਅੰਦਰ ਸੁੱਟੀ ਜਾਂਦੇ ਆ। ਤੇ ਜੇਕਰ ਅੱਜ ਕੁਛ ਕਰਕੇ 2-4 ਸਿੰਘ ਚਲੇ ਜਾਣਗੇ ਤਾਂ ਕਿ ਇੱਥੇ ਬੰਬ ਨਹੀਂ ਡਿੱਗਣ ਲੱਗਿਆ, ਇੱਥੇ ਕੋਈ ਮੱਸਿਆ ਨਹੀਂ ਲੱਗਣੋਂ ਹਟ ਜਾਣੀ। ਸ਼ੁਕਰ ਆ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਇਸ ਰਾਹ ਤੋਰਿਆ। ਹੋ ਸਕਦਾ ਇੰਡੀਅਨ ਸਟੇਟ ਜਿਹੜੀ ਆ ਉਹਨੂੰ ਕੋਈ ਅਕਲ ਆ ਜਾਵੇ, ਹੋ ਸਕਦਾ ਜਿਹੜਾ ਦੁਸ਼ਟ, ਜਿਹੜਾ ਖੁਫੀਆ ਏਜੰਸੀਆਂ ਦਾ ਏਜੰਡਾ ਜਿਹੜਾ ਅਫਸਰ ਚਲਾ ਰਿਹਾ ਕਿ ਪੰਜਾਬ 'ਚ ਬੇਅਦਬੀਆਂ ਕਰੋ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਾਓ, ਉਹਨੂੰ ਸ਼ਾਇਦ ਅਕਲ ਆਵੇ ਕਿ ਕਿਸੇ ਨਾ ਕਿਸੇ ਦਿਨ ਇਹ ਸੇਕ ਜਿਹੜਾ ਹੈ, ਇਹ ਜਿਹੜੀ ਅੱਗ ਆ, ਕਿਉਂਕਿ ਹੁਣ ਸਿੱਖ ਜਿਹੜੇ ਆ ਕਾਨੂੰਨ ਕਾਨੂੰਨ ਤੋਂ ਬਾਗੀ ਹੁੰਦੇ ਜਾ ਰਹੇ ਆ, ਹੋ ਸਕਦਾ ਕੋਈ ਰਾਹ ਸਿਰਾ ਬਣ ਜਾਵੇ। ਪਰ ਇਹ ਗੱਲ ਜਿਹੜੀ ਆ ਬੜੀ ਮੰਦਭਾਗੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਿੰਦੂ ਨਜ਼ਰੀਏ ਤੋਂ ਚੀਜ਼ਾਂ ਦੇਖਣ ਲੱਗ ਗਏ। ਖਾਸ ਤੌਰ ਤੇ ਕਾਮਰੇਡ ਲਾਣੇ ਨੇ ਤਾਂ ਬਿਲਕੁਲ ਹੀ ਆਪਦੀ ਖੇਡ ਕਰਾ ਲਈ। ਕਹਿਣਾ ਤਾਂ ਇਹ ਚਾਹੀਦਾ ਸੀ ਕਿ ਭਾਈ ਇੱਥੇ ਜਿੱਥੇ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਠੇਸ ਪਹੁੰਚੂਗੀ ਤਾਂ ਉੱਥੇ ਭਾਈ ਸਿੱਖ ਜਿਹੜੇ ਆ ਉਹਦੀ ਰਾਖੀ ਲਈ ਕੁਛ ਨਾ ਕੁਛ ਤਾਂ ਕਰਨਗੇ ਹੀ। ਪਰ ਇਹਨਾਂ ਨੇ ਉਲਟਾ ਜਿਹੜਾ ਹੈਗਾ ਬੇਅਦਬੀ ਕਰਨ ਵਾਲੀ ਜਿਹੜੀ ਧਿਰ ਵਾ ਉਹਦਾ ਤਾਂ ਸਾਥ ਦਿੱਤਾ ਤੇ ਦੋਸ਼ੀ ਠਹਿਰਾਉਣ ਲੱਗ ਪਏ ਉਹਨਾਂ ਨੂੰ ਜਿਨ੍ਹਾਂ ਨੇ ਆਪਦਾ ਫਰਜ਼ ਨਿਭਾਇਆ, ਜਿਨ੍ਹਾਂ ਨੇ ਧਰਮ ਦੀ ਡਿਊਟੀ ਆਪਦੀ ਜਿਹੜੀ ਆ ਕੀਤੀ ਆ। ਗੱਲ ਫੇਰ ਉਹੀ ਆ ਜਾਂਦੀ ਆ ਕਿ ਮੀਡੀਆ ਦੇ ਰਾਹੀਂ ਉਹ ਤੁਹਾਡੇ ਦੋਸਤਾਂ ਨੂੰ ਤੁਹਾਡਾ ਦੁਸ਼ਮਣ ਗਰਦਾਨਣ ਦੀ ਜੁਰਤ ਕਰਦੇ ਆ, ਤਾਂ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਸਿੱਖਾਂ ਦੇ ਵਿੱਚ ਇੱਕ ਵਰਗ ਇਹੋ ਜਿਹਾ ਪੈਦਾ ਹੋ ਚੁੱਕਿਆ ਹੋਇਆ। ਸੋ ਇਹ ਜਿਹੜਾ ਸਾਰਾ ਮਾਹੌਲ ਆ, ਇਹਦੇ ਵਿੱਚ ਜਿਵੇਂ ਰਾਮਾਇਣ ਲਿਖਣ ਵਾਲੇ ਨੇ, ਮਹਾਭਾਰਤ ਲਿਖਣ ਵਾਲੇ ਨੇ ਸੋਚਿਆ ਕਿ ਆਪਾਂ ਕਿਹਨੂੰ ਨਾਇਕ ਬਣਾਉਣਾ, ਉਵੇਂ ਅੱਜ ਵਾ ਆ ਜਿਹੜੇ ਲੋਕ ਅੱਜ ਦੀ ਘਟਨਾ ਤੋਂ ਹੀ ਕੋਈ ਸਿੱਖ ਲਓ ਵੀ ਰਾਮਾਇਣ ਤੇ ਮਹਾਭਾਰਤ ਵਰਗੇ ਗ੍ਰੰਥ ਕਿਵੇਂ ਲਿਖੇ ਗਏ ਨੇ। ਅੱਜ ਵੀ ਭਾਰਤੀ ਮੀਡੀਆ ਬਿਲਕੁਲ ਉਵੇਂ ਕਰ ਰਿਹਾ। ਉਹ ਤੁਹਾਡੇ ਕੌਮ ਦੇ ਦੁਸ਼ਮਣਾਂ ਨੂੰ, ਤੁਹਾਡੀ ਕੌਮ ਦੇ ਵੈਰੀਆਂ ਨੂੰ ਤਾਂ ਤੁਹਾਡੇ ਨਾਇਕ ਗਰਦਾਨਣ ਨੂੰ ਫਿਰਦਾ ਕਿ ਦੇਖੋ ਜੀ ਬੜਾ ਇਨੋਸੈਂਟ ਬੰਦਾ ਸੀ, ਮਾਸੂਮ ਬੰਦਾ ਵੜਤਾ ਜੀ। ਤੇ ਜਿਸ ਬੰਦੇ ਨੂੰ ਤੁਸੀਂ ਸਤਿਕਾਰ ਦੇਣਾ ਹੈ, ਜਿਸ ਬੰਦੇ ਨੂੰ ਸਿੱਖਾਂ ਨੇ
ਠੋਕ ਵਜਾ ਕੇ ਮਾਣ ਦੇਣਾ ਕਿ ਇਹ ਵਧੀਆ ਕੀਤਾ ਹੈ, ਉਹਨੂੰ ਉਹ ਕਹਿੰਦੇ ਆ ਗਾਲਾਂ ਕੱਢੋ, ਇਹਨੂੰ ਭੰਡੋ, ਨਿੰਦੋ, ਬੜਾ ਮਾੜਾ ਹੋ ਗਿਆ। ਤੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਦਿਲ ਦਿਮਾਗ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ, ਕਾਨੂੰਨ ਦੀ ਗੱਲ ਤੇ ਹੋਰ ਇਹੋ ਜਿਹੇ ਜਿਹੜੇ ਢਕੌਂਸਲੇ ਆ ਉਹ ਬੜੇ ਹੁੰਦੇ ਆ। ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਹੋ ਸਕਦਾ ਕੋਈ ਧਰਤੀ, ਕੋਈ ਮੁਲਕ ਇਹੋ ਜਿਹਾ ਹੋਵੇ ਜਿੱਥੇ ਮਨੁੱਖੀ ਹੱਕਾਂ ਦੀ ਗੱਲ ਹੁੰਦੀ ਹੋਵੇ। ਇਹੋ ਜਿਹੇ ਮੁਲਕ ਹੈਗੇ ਆ, ਇਹੋ ਜਿਹੇ ਮੁਲਕ ਵੀ ਹੈਗੇ ਆ ਜਿੱਥੇ ਗਰੰਟੀ ਹੁੰਦੀ ਆ ਕਿ ਜਿਹੜਾ ਦੁਸ਼ਟ ਵਾ, ਜਿਹੜਾ ਮਾੜਾ ਕਰ ਰਿਹਾ, ਉਹਨੂੰ ਸਜ਼ਾ ਮਿਲੂਗੀ। ਉਹਨਾਂ ਮੁਲਕਾਂ ਦੇ ਵਿੱਚ ਜੇਕਰ ਕੋਈ ਇਹੋ ਜਿਹੀ ਹਰਕਤ ਕਰੇ ਜਿਹੋ ਜਿਹੀ ਅੱਜ ਹੋਈ ਹੈ, ਨਿਹੰਗ ਸਿੰਘਾਂ ਨੇ ਕੀਤਾ ਹੈ, ਤੇ ਉੱਥੇ ਜ਼ਰੂਰ ਲੋਕ ਕਹਿਣਗੇ ਕਿ ਭਾਈ ਤੈਨੂੰ ਐ ਨਹੀਂ ਸੀ ਕਰਨਾ ਚਾਹੀਦਾ। ਪਰ ਭਾਰਤ ਵਰਗੇ ਮੁਲਕ ਵਿੱਚ, ਪੰਜਾਬ ਦੇ ਵਿੱਚ ਜੋ ਕੁਝ ਸਾਡੇ ਨਾਲ ਵਾਪਰ ਰਿਹਾ, ਉਹਦੇ ਹਿਸਾਬ ਨਾਲ ਜੇਕਰ ਕੋਈ ਕਵੇ ਕਾਨੂੰਨ 'ਚ ਯਕੀਨ ਰੱਖਣਾ ਚਾਹੀਦਾ ਸੀ, ਕਾਨੂੰਨ 'ਚ ਭਾਈ ਯਕੀਨ ਰੱਖੀ ਜਾਂਦੇ ਆ, ਤੇ ਕੀ ਮਿਲਿਆ? ਹਰੇਕ ਨੂੰ ਥਾਪੜਾ ਦੇ ਕੇ ਉਹਨੂੰ ਜਿਹੜਾ ਹੈਗਾ 15-20 ਦਿਨ ਘਰ ਨੂੰ ਭੇਜ ਦਿੰਦੇ ਆ ਵੀ ਜੇ ਤੂੰ ਬੇਅਦਬੀ ਕੀਤੀ ਐਡੀ ਕਿੱਡੀ ਕੁ ਗੱਲ ਹੋਊਗੀ। ਤੇ ਆ ਪਹਿਲੀ ਵਾਰ ਸਿੱਖਾਂ ਨੇ ਇੱਕ ਕੋਈ ਚੱਜ ਹਲ ਦੀ ਗੱਲ ਕੀਤੀ ਆ। ਜੇਕਰ ਜਿਨ੍ਹਾਂ ਨੂੰ ਜ਼ਿਆਦਾ ਕਾਨੂੰਨ ਸਿਰ ਨੂੰ ਚੜਿਆ ਹੋਇਆ ਜਾਂ ਮਨੁੱਖੀ ਹੱਕਾਂ ਦੀ ਗੱਲ ਸਿਰ ਨੂੰ ਚੜੀ ਹੋਈ ਆ, ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਜ਼ਿਆਦਾ ਦਿਮਾਗ 'ਚ ਬੜੀ ਹੋਈ ਆ, ਜਾਂ ਜਿਨ੍ਹਾਂ ਨੂੰ ਲੱਗਦਾ ਵੀ ਹਿੰਦੂ ਇੰਡੀਆ ਜਿਹੜਾ ਹੈ ਉਹ ਬੜਾ ਨੇਕ ਪਾਕ ਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹ ਕਰਤੂਤਾਂ ਤਾਂ ਫੇਰ ਵੀ ਹੁੰਦੀਆਂ ਰਹਿਣੀਆਂ ਨੇ। ਜਦੋਂ ਕਿਤੇ ਦੁਬਾਰਾ ਕੋਈ ਦੁਸ਼ਟ ਫੜਿਆ ਉਦੋਂ ਜਾ ਕੇ ਆਪਦਾ ਜ਼ੋਰ ਲਾ ਲਿਓ ਤੇ ਉਦੋਂ ਕਹਿ ਦਿਓ ਕਿ ਭਾਈ ਉਹਨੂੰ ਦੇਖੋ, ਹੁਣ ਤਾਂ ਸਿੱਖਾਂ ਨੇ ਮਾਰਿਆ ਨਹੀਂ ਹੈਗਾ ਨਾ, ਹੁਣ ਤਾਂ ਹੱਥ ਪੈਰ ਨਹੀਂ ਵੱਢੇ, ਤੇ ਇਸ ਬੰਦੇ ਨੂੰ ਤੁਸੀਂ ਜ਼ਰੂਰ ਸਜ਼ਾ ਦੇ ਦਿਓ। ਅੱਜ ਤੱਕਰ ਇੱਕ ਵੀ ਕੇਸ ਵਿੱਚ ਇਨਸਾਫ ਨਹੀਂ ਹੋਇਆ। ਤੇ ਆ ਜਿਹੜਾ ਬਰਗਾੜੀ ਵਾਲਾ, ਉਹ ਤਾਂ ਇੱਕ ਇਹੋ ਜਿਹਾ ਮਾਡਲ ਕੇਸ ਬਣਾ ਦਿੱਤਾ ਕਿ ਦੇਖੋ ਜੀ ਅਸੀਂ ਉਹਨਾਂ ਨੂੰ ਕੱਖ ਨਹੀਂ ਹੋਣ ਦਿੱਤਾ, ਜਿਨ੍ਹਾਂ ਨੇ ਬਰਗਾੜੀ ਪਿੰਡ ਦੇ ਵਿੱਚ ਬੁਰਜ ਜਵਾਹਰ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚਰਾ ਕੇ, ਜਿਨ੍ਹਾਂ ਨੇ ਪੋਸਟਰ ਲਾ ਕੇ ਗੰਦੀਆਂ ਗਾਲਾਂ ਕੱਢ ਕੇ ਸਿੱਖਾਂ ਨੂੰ ਪਹਿਲਾਂ ਜਲੀਲ ਕੀਤਾ, ਫਿਰ ਗਲੀਆਂ ਦੇ ਵਿੱਚ ਸਰੂਪ ਦੇ ਅੰਗ ਖਿਲਾਰੇ, ਉਹਨਾਂ ਨੂੰ ਕੱਖ ਨਹੀਂ ਹੋਣ ਦਿੱਤਾ। ਸੋ ਇਸ ਤਰੀਕੇ ਨਾਲ ਜਦੋਂ ਇੰਡੀਅਨ ਸਟੇਟ ਸਿਸਟਮ ਪੂਰਾ ਜ਼ੋਰ ਲਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਤੇ ਤੁਲਿਆ ਹੋਵੇ, ਉਸ ਮੌਕੇ ਜੇ ਕੋਈ ਉੱਠ ਕੇ ਫੜਾ ਮਾਰੇ ਵੀ ਕਾਹਨੂੰ ਜੀ ਮਾਰਨਾ ਸੀ, ਕਾਹਨੂੰ ਜੀ ਚਪੇੜ ਮੈਨੇ ਮਾਰਨੀ ਚਾਹੀਦੀ ਜੀ, ਇਹਨਾਂ ਨੂੰ ਤਾਂ ਥਾਣੇ ਵਾਲਿਆਂ ਨੂੰ ਫੜਾ ਦਿਓ। ਕਿਹੜਾ ਥਾਣਾ ਤੇ ਕਿਹੜੀ ਪੁਲਿਸ ਇੱਥੇ ਕਿਹੜਾ ਇਨਸਾਫ ਦਿਵਾਉਂਦਾ? ਇੱਥੇ ਕਿਸੇ ਤੁਰੇ ਜਾਂਦੇ ਗੁਰਸਿੱਖ ਨੂੰ ਫੜ ਕੇ ਉਹਦੇ ਉੱਤੇ ਗੰਦੇ ਤੋਂ ਗੰਦਾ, ਭੈੜੇ ਤੋਂ ਭੈੜਾ ਕੇਸ ਬਣਾ ਕੇ ਉਹਨੂੰ 20-30 ਸਾਲ ਲਈ ਅੰਦਰ ਸੁੱਟਿਆ ਜਾ ਸਕਦਾ। ਪਰ ਜੇ ਕਿਸੇ ਨੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਬਕਵਾਸ ਕੀਤੀ ਹੈ, ਉਹਨੂੰ ਕਹਿੰਦੇ ਇਹਦਾ ਬੰਦਾ ਹੀਰੋ ਆ ਮੁਲਕ ਦਾ। ਆ ਪਿੱਛੇ ਜੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੂਹਰੇ ਖੜ ਕੇ ਇੱਕ ਪਖੰਡੀ ਬੰਦੇ ਨੇ ਬਹੁਤ ਉੱਥੇ ਊਲ ਜਲੂਲ ਹਰਕਤਾਂ ਕੀਤੀਆਂ, ਮਾੜਾ ਚੰਗਾ ਕੀਤਾ, ਉਤੋਂ ਦੇ ਪ੍ਰਸ਼ਾਸਨ ਨੇ ਫੜ ਕੇ ਅੰਦਰ ਦੇ ਦਿੱਤਾ। ਤੇ ਐਵੇਂ ਹੀ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਹੌਰ 'ਚ ਲੱਗਿਆ ਸੀ, ਉਹਦੀ ਬੇਅਦਬੀ ਕਰਨ ਵਾਲਾ ਸੀ, ਫੜ ਕੇ ਅੰਦਰ ਦੇ ਦਿੱਤਾ। ਉੱਥੇ ਬੇਅਦਬੀ ਕਰਨ ਵਾਲੇ ਸੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਸੀ ਪਾਕਿਸਤਾਨ 'ਚ, ਉਹ ਫੜ ਕੇ ਅੰਦਰ ਦੇ ਦਿੱਤੇ। ਤੇ ਜੇਕਰ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਆਮ ਸਿੱਖਾਂ ਦੇ ਜਜ਼ਬਾਤ ਪੜ੍ਹੇ ਸੁਣੇ ਹੋਣ, ਲੋਕ ਕਹਿੰਦੇ ਸੀ ਵੀ ਜੇ ਕਿਤੇ ਇਹ ਲੋਕ ਭਾਰਤ ਵਿੱਚ ਹੁੰਦੇ ਤਾਂ ਇੱਥੇ ਇਹਨਾਂ ਨੂੰ ਨੈਸ਼ਨਲ ਹੀਰੋ ਮੰਨਿਆ ਜਾਣਾ ਸੀ। ਭਾਰਤ ਵਿੱਚ ਸਿੱਖੀ ਅਤੇ ਸਿੱਖਾਂ ਦੇ ਦਿਲ ਦੁਖੀ ਕਰਨ ਵਾਲਿਆਂ ਨੂੰ ਨੈਸ਼ਨਲ ਹੀਰੋ ਮੰਨਿਆ ਜਾਂਦਾ, ਤੇ ਜਿਹੜੇ ਪੰਥ ਦੀ ਗੱਲ ਕਰਨ, ਕੌਮ ਦੀ ਗੱਲ ਕਰਨ, ਉਹਨਾਂ ਨੂੰ ਕਹਿੰਦੇ ਐਂਟੀ ਨੈਸ਼ਨਲ। ਆ ਜਿਹੜੇ ਸਿੱਖ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਤਾਂ ਸਾਰੇ ਹੋ ਗਏ ਐਂਟੀ ਨੈਸ਼ਨਲ। ਪਰ ਆ ਜਿਹੜੇ ਬੇਅਦਬੀਆਂ ਕਰਦੇ ਫਿਰਦੇ ਆ, ਡੇਰਾ ਸਰਸੇ ਦਾ ਮੁਖੀ ਤੋਂ ਲੈ ਕੇ ਜਾਂ ਹੋਰ ਜਿੰਨੇ ਦੁਸ਼ਟ ਨੇ, ਇਹ ਸਾਰੇ ਦੇ ਸਾਰੇ ਕਹਿੰਦੇ ਜੀ ਨੈਸ਼ਨਲ ਹੀਰੋ ਨੇ ਸਾਡੇ। ਹੁਣ ਦੱਸੋ ਇਸ ਮਾਹੌਲ ਵਿੱਚ ਕਿਹੜੇ ਇਨਸਾਫ ਦੀ ਗੱਲ ਤੇ ਕਿਵੇਂ ਕਰੀਏ? ਜਿਹੜੇ ਬੰਦੇ ਨੂੰ ਜ਼ਿਆਦਾ ਚਾਅ ਚੜਿਆ ਹੋਇਆ ਕਿ ਜੀ ਬੜਾ ਮਾੜਾ ਹੋ ਗਿਆ, ਉਹਨੂੰ ਬੇਨਤੀ ਆ ਕਿ ਭਾਰਤ ਆਓ, ਇੱਥੇ ਇੱਕ ਵੀ ਕੇਸ ਵਿੱਚ ਕਿਸੇ ਦੁਸ਼ਟ ਨੂੰ ਜਿਹਨੇ ਬੇਅਦਬੀ ਕੀਤੀ ਹੈ ਸਜ਼ਾ ਕਰਾ ਦਿਓ, ਤਾਂ ਮੰਨ ਲਾਂਗੇ ਭਾਈ ਤੁਸੀਂ ਮਾੜਾ ਮੋਟਾ ਕੋਈ ਗੱਲ ਕਰਾਉਣ ਜੋਗੇ ਰਹਿ ਗਏ ਹੋ। ਤੇ ਨਹੀਂ ਤਾਂ ਭਾਈ ਇਹ ਗੱਲਾਂ ਜਿਵੇਂ ਹੋ ਰਹੀਆਂ ਨੇ, ਇਹ ਸਿੱਖਾਂ ਦੇ ਲਈ ਮਾਰਨ ਵਾਲੀਆਂ ਗੱਲਾਂ ਨੇ। ਹੁਣ ਸਿੱਖ ਹੋਰ ਕਿਹੜੇ ਖੂਹ 'ਚ ਡਿੱਗ ਪੈਣ? ਕਾਨੂੰਨ ਨੂੰ ਬਥੇਰੇ ਬੰਦੇ ਫੜਾ ਕੇ ਦੇਖ ਲਏ, ਅਗਲੇ 15-20 ਦਿਨ ਹੀ ਜ਼ਮਾਨਤ ਦੇ ਕੇ ਘਰ ਨੂੰ ਭੇਜ ਦਿੰਦੇ ਆ। ਤੇ ਅੱਜ ਇੱਕ ਘਟਨਾ ਵਾਪਰੀ ਆ, ਗਾਹਾਂ ਨੂੰ ਰੋਕ ਲਓ, ਅੱਗੇ ਨੂੰ ਕਿਹੜਾ ਇੱਥੇ ਇਹਨਾਂ ਨੇ ਕਿਹੜਾ ਹਟ ਜਾਣਾ? ਬੇਅਦਬੀਆਂ ਕਰਨ ਵਾਲਿਆਂ ਨੂੰ ਜਦੋਂ 30-30 ਹਜ਼ਾਰ ਰੁਪਈਆ ਦਿੱਤਾ ਜਾਂਦਾ, ਜਦੋਂ ਉਹਨਾਂ ਨੂੰ ਮਾਇਆ ਦੇ ਕੇ, ਪੈਸੇ ਦੇ ਕੇ ਉਹਨਾਂ ਨੂੰ
ਮੇਕ श्योर किया जाता कि असीं गारंटी नाल बचावांगे ते बचाउंदे भी ने। तां फिर भाई इहो जिहे माहौल दे विच ਜਿਹੜੀਆਂ ਬੇਅਦਬੀਆਂ ਦੀਆਂ ਵਾਰਦਾਤਾਂ ਨੇ ਉਹ ਤਾਂ ਫਿਰ ਇਸ ਤਰੀਕੇ ਨਾਲ ਹੋਣਗੀਆਂ। ਚਰਚਾ ਤਾਂ ਇੱਥੋਂ ਤੱਕ ਆ ਕਿ ਉੱਥੇ ਹੋਰ ਬੜੇ ਬੰਦੇ ਪਹੁੰਚੇ ਇਹੋ ਜਿਹੇ ਕਰਤੂਤਾਂ ਕਰਨ ਲਈ ਸਰਗਰਮ ਕੀਤੇ ਹੋਏ ਨੇ। ਹੁਣ ਇੱਕ ਪਾਸੇ ਇੱਥੇ ਫੌਜ ਲਾ ਦਿੱਤੀ ਗਈ ਆ, ਫੌਜ ਨੂੰ ਇਲਾਕਾ ਦੇ ਦਿੱਤਾ ਗਿਆ, ਦੂਜੇ ਪਾਸੇ ਕਿਸਾਨ ਸੰਘਰਸ਼ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਸਰਕਾਰ ਨੂੰ, ਤੀਜੇ ਪਾਸੇ ਆ ਬੇਅਦਬੀਆਂ ਕਰ ਰਹੇ ਨੇ, ਤੇ ਚੌਥੇ ਪਾਸੇ ਇੰਡੀਅਨ ਮੀਡੀਆ ਤੇ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ ਕਾਮਰੇਡ ਨੇ, ਹਿੰਦੂ ਕੱਟੜਪੰਥੀ ਨੇ, ਜਾਂ ਹੋਰ ਕਈ ਸਿੱਖਾਂ ਦੇ ਵਿੱਚੋਂ ਵੀ ਇੱਕ ਬਰੀਡ ਇਹੋ ਜਿਹਾ ਪੈਦਾ ਹੋ ਚੁੱਕਿਆ, ਇਹ ਕਹਿੰਦੇ ਜੀ ਬੜਾ ਮਾੜਾ ਹੋ ਗਿਆ। ਹੁਣ ਮਾੜਾ ਜਾਂ ਚੰਗਾ ਤਾਂ ਬਾਅਦ ਦੀ ਗੱਲ ਆ, ਪਰ ਅੱਜ ਸਾਰੇ ਸਿੱਖ ਜਗਤ ਦੇ ਵਿੱਚ ਇਸ ਗੱਲ ਦਾ ਬੜਾ ਚੰਗਾ ਸਕੂਨ ਦੇ ਬਾਰੇ ਪਹਿਲੀ ਵਾਰ ਕੋਈ ਚੱਜ ਹਾਲ ਦੀ ਖਬਰ ਸਿੱਖਾਂ ਨੂੰ ਸੁਣਨ ਨੂੰ ਮਿਲੀ ਆ ਕਿ ਠੀਕ ਆ ਭਾਈ, ਜਦੋਂ ਤੁਸੀਂ ਇਨਸਾਫ ਨਹੀਂ ਦੇਣਾ ਤੇ ਸਿੱਖ ਆਪ ਇਨਸਾਫ ਕਰ ਲੈਂਦੇ ਆ। ਹੈ ਤਾਂ ਚਲੋ ਗੱਲ ਅਜੀਬ ਜਿਹੀ, ਪਰ ਸ਼ੁਕਰਗੁਜ਼ਾਰ ਹੀ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਤੇ ਗਿਆਨੀ ਜਿਹੜਾ ਕੇਸਗੜ੍ਹ ਸਾਹਿਬ ਵਾਲੇ ਰਘਬੀਰ ਸਿੰਘ ਜੀ ਜਥੇਦਾਰ ਸੀਗੇ, ਜਿਨ੍ਹਾਂ ਨੇ ਇਹ ਸਮੱਤ ਬਖਸ਼ੀ ਸਿੱਖਾਂ ਨੂੰ ਕਿ ਭਾਈ ਕਾਨੂੰਨ ਕਾਨੂੰਨ ਦੀ ਪਰਵਾਹ ਨਾ ਕਰੋ, ਜਿੱਥੇ ਵੀ ਕੋਈ ਬੇਅਦਬੀ ਦਾ ਦੋਸ਼ੀ ਹੱਥ ਆਉਂਦਾ ਆਪਦੇ ਹੱਥੀਂ ਜਿਹੜਾ ਹੈਗਾ ਉਹਦਾ ਸੋਧਾ ਲਾਓ। ਸੋ ਇਸ ਮਾਹੌਲ ਦੇ ਵਿੱਚ ਅੱਜ ਜਿੱਥੇ ਉਹਨਾਂ ਨੌਜਵਾਨਾਂ ਨੂੰ, ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਆਪਦਾ ਫਰਜ਼ ਨਿਭਾਇਆ, ਉਹਨਾਂ ਦਾ ਸਤਿਕਾਰ ਆ ਮਨ ਦੇ ਵਿੱਚ, ਉਹ ਤੇ ਬਾਕੀ ਕੌਮ ਨੂੰ ਵੀ ਬੇਨਤੀ ਕਰਦੇ ਆ, ਜੇ ਤਾਂ ਬੇਅਦਬੀਆਂ ਰੋਕਣੀਆਂ ਨੇ ਤਾਂ ਉਹ ਮਾਹੌਲ ਸਿਰਜਣਾ ਪਊਗਾ ਕਿ ਜਿਹਦੇ ਦਿਲ ਦਿਮਾਗ ਵਿੱਚ ਬੇਅਦਬੀ ਦੀ ਗੱਲ ਆਵੇ ਤੇ ਆਉਣ ਸਾਰੀ ਉਹਦੇ ਰੌਂਗਟੇ ਖੜੇ ਹੋ ਜਾਣ, ਉਹਦਾ ਲੂੰ ਕੰਡਿਆ ਜਾਵੇ, ਉਹਦੇ ਅੰਦਰ ਦਹਿਸ਼ਤ ਫੈਲ ਜਾਵੇ ਕਿ ਮੇਰਾ ਬਣੂਗਾ ਕੀ। ਪਰ ਹੋ ਕੀ ਰਿਹਾ, ਬੇਅਦਬੀ ਕਰਨ ਵਾਲਾ ਤੇ ਉਹਦਾ ਟੱਬਰ ਟੀਹਰ ਨਜ਼ਾਰੇ ਲੈਂਦਾ, ਮੌਜਾਂ ਕਰਦਾ ਕਿ ਦੇਖੋ ਅਸੀਂ ਬੇਅਦਬੀ ਕੀਤੀ ਆ, ਸਾਡਾ ਕਿਸੇ ਨੇ ਕੀ ਵਿਗਾੜ ਲਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸੋਧੇ ਲਾਉਣ ਦਾ ਸਿੱਖਾਂ ਨੂੰ ਕੋਈ ਚਾਅ ਨਹੀਂ ਹੈ, ਸਿੱਖਾਂ ਨੂੰ ਕੋਈ 302 ਲਵਾਉਣ ਦਾ, ਜੇਲ੍ਹਾਂ 'ਚ ਫਾਂਸੀਆਂ ਤੇ ਚੜ੍ਹਨ ਦਾ ਕੋਈ ਚਾਅ ਨਹੀਂ ਹੈ। ਪਰ ਜੇਕਰ ਕਾਨੂੰਨ ਆਪਦਾ ਕੰਮ ਨਹੀਂ ਕਰੂਗਾ ਤਾਂ ਸਿੱਖ ਹੋਰ ਕੀ ਕਰਨਗੇ। ਸੋ ਸਿੱਖਾਂ ਦਾ ਅੱਜ ਦੀ ਇਸ ਘਟਨਾ ਦੇ ਨਾਲ ਇੱਕ ਸਵਾਲ ਜਿਹੜਾ ਹੈ ਸਾਰੇ ਸੰਸਾਰ ਦੇ ਸਾਹਮਣੇ ਹੈ ਕਿ ਭਾਈ ਅਸੀਂ ਤਾਂ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲੈਣਾ ਚਾਹੁੰਦੇ, ਪਰ ਕਾਨੂੰਨ ਜਿਹੜਾ ਹੈ ਉਹ ਸਾਡੇ ਨਾਲ ਇਨਸਾਫ ਨਹੀਂ ਕਰ ਰਿਹਾ ਤੇ ਸਾਨੂੰ ਇਨਸਾਫ ਲੈਣ ਲਈ ਫਿਰ ਆਪ ਕਾਨੂੰਨ ਹੱਥ 'ਚ ਲੈਣਾ ਪੈ ਰਿਹਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸਮੁੱਚੇ ਸਿੱਖ ਭਾਈਚਾਰੇ ਨੂੰ ਤੇ ਸਮੁੱਚੇ ਸਿੱਖ ਜਗਤ ਤੋਂ ਬਾਹਰ ਹੋਰ ਜਿਹੜੀਆਂ ਦੁਨੀਆ ਦੀਆਂ ਸਾਡੇ ਨਾਲ ਇਹਨਾਂ ਮਸਲਿਆਂ ਤੇ ਜੁੜੀਆਂ ਹੋਈਆਂ ਤਾਕਤਾਂ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਨਾ ਤਾਂ ਸਿੱਖ ਕਾਤਲ ਹੈ, ਨਾ ਸਿੱਖ ਕਤਲੋਗਾਰਦ ਦਾ ਹਾਮੀ ਆ, ਨਾ ਸਿੱਖ ਹਿੰਸਕ ਆ, ਨਾ ਹਿੰਸਾ ਚਾਹੁੰਦਾ, ਪਰ ਸਿੱਖਾਂ ਨੂੰ ਧੱਕ ਕੇ ਚਾਰੇ ਪਾਸਿਓਂ ਕੰਧ ਨਾਲ ਲਾਇਆ ਜਾ ਰਿਹਾ। ਤੇ ਜਦੋਂ ਕਿਸੇ ਸਿੱਖ ਨੂੰ ਜਾਂ ਕਿਸੇ ਵੀ ਕੌਮ ਨੂੰ ਇੱਥੋਂ ਤੱਕ ਲੈ ਜਾਂਦਾ ਜਾਵੇ, ਉਸ ਟਾਈਮ ਉਹਦੀ ਗੱਲ ਸੁਣਨੀ ਚਾਹੀਦੀ ਆ, ਉਹਦੀ ਗੱਲ ਨੂੰ ਸੁਣ ਕੇ ਟੇਬਲ ਤੇ ਉਹਦਾ ਹੱਲ ਕੱਢਣਾ ਚਾਹੀਦਾ। ਜੇ ਅੱਜ ਵਾਲੀ ਘਟਨਾ ਤੋਂ ਬਾਅਦ ਹੀ ਜੇ ਕੋਈ ਇਸ ਪਾਸੇ ਨੂੰ ਤੁਰ ਪਵੇ ਮੁਲਕ ਦਾ ਸਿਸਟਮ, ਤਾਂ ਵੀ ਧੰਨ ਭਾਗੀ ਕਵਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।